ਸਟੂਡੈਂਟਸ, ਅੱਜ ਅਸੀਂ ਆਪਣੇ ਸਿਲੇਬਸ ਦੇ 5th ਚੈਪਟਰ ਆ ਪ੍ਰੈਜ਼ੀਡੈਂਟ ਸਪੀਕਸ ਜੋ ਕਿ ਇੱਕ ਐਸੇ ਹੈ, ਇਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਸਟੂਡੈਂਟਸ, ਸਾਡੇ ਭਾਰਤ ਦੇ 11ਵੇਂ ਰਾਸ਼ਟਰਪਤੀ ਸ਼੍ਰੀ APJ ਅਬਦੁਲ ਕਲਾਮ ਜੀ ਨੇ IIT ਹੈਦਰਾਬਾਦ ਦੇ ਵਿੱਚ ਇੱਕ ਸਪੀਚ ਦਿੱਤੀ ਸੀ ਜੋ ਕਿ ਬਹੁਤ ਹੀ ਜ਼ਿਆਦਾ ਇੰਸਪਾਇਰਿੰਗ ਸੀ। ਤਾਂ ਉਹ ਸਪੀਚ ਦੇ ਜੋ ਬੋਲ ਨੇ ਉਹ ਵਾਲੇ ਸਾਰੇ ਬੋਲ ਇਸ ਚੈਪਟਰ ਦੇ ਵਿੱਚ ਇਨਕਲੂਡ ਕੀਤੇ ਗਏ ਨੇ, ਯਾਨੀ ਕਿ ਇਹ ਚੈਪਟਰ ਇੱਕ ਸਪੀਚ ਦੀ ਸ਼ੇਪ ਵਿੱਚ ਹੈ ਜੋ ਸਾਡੇ ਭਾਰਤ ਦੇ ਰਾਸ਼ਟਰਪਤੀ APJ ਅਬਦੁਲ ਕਲਾਮ ਜੀ ਨੇ ਦਿੱਤੀ ਸੀ। ਤਾਂ ਤੁਹਾਨੂੰ ਪਤਾ ਹੈ ਬੱਚਿਓ ਕਿ APJ ਅਬਦੁਲ ਕਲਾਮ ਜੀ ਇੱਕ ਬਹੁਤ ਹੀ ਵੱਡੇ ਸਕਾਲਰ ਅਤੇ ਸਾਇੰਟਿਸਟ ਸੀਗੇ। ਪੂਰੇ ਭਾਰਤ ਅਤੇ ਵਰਲਡ ਦੇ ਵਿੱਚ ਇਹ ਪ੍ਰਸਿੱਧ ਸੀਗੇ। ਬਹੁਤ ਹੀ ਵਧੀਆ ਹਿਊਮਨ ਬੀਇੰਗ, ਜਿਨ੍ਹਾਂ ਨੂੰ ਮਨੁੱਖੀ ਲੋੜਾਂ ਅਤੇ ਦੁੱਖ ਦਰਦਾਂ ਦੀ ਬਹੁਤ ਜ਼ਿਆਦਾ ਡੂੰਘੀ ਸਮਝ ਸੀ ਅਤੇ ਉਹ ਉਹਨਾਂ ਪ੍ਰਤੀ ਸੈਂਸਿਟਿਵ ਵੀ ਸੀ। ਡਾਕਟਰ APJ ਅਬਦੁਲ ਕਲਾਮ ਜੀ ਨੇ ਸਾਡੇ ਭਾਰਤ ਦੇ ਵਿੱਚ 2002 ਤੋਂ ਲੈ ਕੇ 2007 ਈਸਵੀ ਤੱਕ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕੀਤਾ। ਇਹਨਾਂ ਨੇ ਸਾਡੀਆਂ ਭਾਰਤ ਦੀਆਂ ਮਹਾਨ ਸੰਸਥਾਵਾਂ ਜਿਵੇਂ ਕਿ DRDO ਅਤੇ ISRO, ਜਿਨ੍ਹਾਂ ਨੂੰ ਅਸੀਂ ISRO ਵੀ ਕਹਿੰਦੇ ਹਾਂ, ਉਸ ਦੇ ਵਿੱਚ ਵੀ ਇਹਨਾਂ ਨੇ ਸਾਡੇ ਭਾਰਤ ਦੀ ਮਿਸਾਈਲ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਵਧੀਆ ਯੋਗਦਾਨ ਦਿੱਤਾ। ਇਸੇ ਕਰਕੇ ਇਹਨਾਂ ਨੂੰ ਦਾ ਮਿਸਾਈਲ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ। ਸਟੂਡੈਂਟਸ, 1998 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਜੋ ਪੋਖਰਨ ਦੇ ਵਿੱਚ ਦੂਸਰਾ ਨਿਊਕਲੀਅਰ ਟੈਸਟ ਹੋਇਆ, ਉਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਸੀ। ਇਹਨਾਂ ਦੇ ਵਡਮੁੱਲੇ ਯੋਗਦਾਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਨੇ ਇਹਨਾਂ ਨੂੰ ਉਪਾਧੀਆਂ ਦਿੱਤੀਆਂ, ਡਿਸਟਿੰਕਸ਼ਨਸ ਅਤੇ ਅਵਾਰਡਸ ਦਿੱਤੇ, ਜਿਨ੍ਹਾਂ ਦੇ ਵਿੱਚ ਬੱਚਿਓ 1997 ਈਸਵੀ ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ। ਤੁਹਾਨੂੰ ਪਤਾ ਹੈ ਕਿ ਭਾਰਤ ਰਤਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸਿਵਿਲੀਅਨ ਆਨਰ ਹੈ। ਇਹ ਅਵਾਰਡ ਭਾਰਤੀ ਨਾਗਰਿਕ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚੇ ਦਰਜੇ ਵਾਲਾ ਅਵਾਰਡ ਹੈ ਬੱਚਿਓ, ਅਤੇ ਉਸ ਭਾਰਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਹੀ ਵਿਲੱਖਣ ਕੰਮ ਕਰੇ ਹੋਣ। ਸਟੂਡੈਂਟਸ, ਇਹਨਾਂ ਦੀ ਇੰਟਰਨੈਟ ਦੇ ਉੱਪਰ ਇੱਕ ਵੈਬਸਾਈਟ ਹੈ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ। ਬੜੀ ਇੰਟਰਸਟਿੰਗ ਗੱਲ ਹੈ ਕਿ ਇਹ ਇੰਟਰਨੈਟ ਸਾਈਟ ਅਬੁਲ ਕਲਾਮ ਜੀ ਨੇ ਆਪਣੇ ਮਦਰ, ਫਾਦਰ, ਟੀਚਰ ਅਤੇ ਗੋਡ ਨੂੰ ਡੈਡੀਕੇਟ ਕੀਤੀ ਹੈ, ਉਹਨਾਂ ਨੂੰ ਸਮਰਪਿਤ ਕੀਤੀ ਹੈ। ਅਤੇ ਇਸ ਸਾਈਟ ਦੇ ਉੱਪਰ ਅਬੁਲ ਕਲਾਮ ਜੀ ਨਾਲ ਜੁੜੇ ਹੋਏ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਜਾਣਕਾਰੀਆਂ ਨੇ, ਅਤੇ ਹੋਰ ਵੀ ਬਹੁਤ ਸਾਰੀਆਂ ਸਪੀਚਿਸ ਨੇ ਜਿਹੜੀਆਂ ਤੁਸੀਂ ਇੱਥੇ ਪੜ੍ਹ ਸਕਦੇ ਹੋ, ਸੁਣ ਵੀ ਸਕਦੇ ਹੋ, ਅਤੇ ਬਹੁਤ ਕੁਛ ਇਸ ਮਹਾਨ ਇਨਸਾਨ ਬਾਰੇ ਅਸੀਂ ਜਾਣ ਸਕਦੇ ਹਾਂ। ਤਾਂ ਮੈਂ ਸਾਰੇ ਸਟੂਡੈਂਟਸ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਇਹ ਵਾਲੀ ਸਾਈਟ ਤੁਸੀਂ ਜ਼ਰੂਰ ਵਿਜ਼ਿਟ ਕਰਿਓ। ਸਟੂਡੈਂਟਸ, ਚੈਪਟਰ ਦੇ ਸ਼ੁਰੂ ਦੇ ਵਿੱਚ ਰਾਈਟਰ ਅਬਦੁਲ ਕਲਾਮ ਆਜ਼ਾਦ ਕਹਿੰਦੇ ਭਾਰਤ ਦੇ ਬਾਰੇ ਮੇਰੇ 3 ਵਿਜ਼ਨਸ ਨੇ। ਵਿਜ਼ਨਸ ਤੁਸੀਂ ਸੁਪਨਾ ਕਹਿ ਸਕਦੇ ਹੋ, ਜਾਂ ਕੋਈ ਅਜਿਹੀ ਚੀਜ਼ ਜੋ ਤੁਸੀਂ ਚਾਹੁੰਦੇ ਹੋ ਕਿ ਚੰਗੀ ਚੀਜ਼ ਜੋ ਹੋ ਜਾਵੇ, ਉਸ ਨੂੰ ਅਸੀਂ ਵਿਜ਼ਨ ਕਹਿੰਦੇ ਹਾਂ। ਕਹਿੰਦੇ 3000 ਸਾਲਾਂ ਦੀ ਸਾਡੀ ਹਿਸਟਰੀ ਹੈ, ਸਾਡੇ ਭਾਰਤ ਦੇਸ਼ ਦੀ ਹਿਸਟਰੀ, ਅਤੇ ਲੋਕ ਸੰਸਾਰ ਦੇ ਕੋਨੇ-ਕੋਨੇ ਤੋਂ ਆਏ ਨੇ, ਫਰੋਮ ਆਲ ਓਵਰ ਦਾ ਵਰਲਡ ਹੈਵ ਕਮ, ਇੱਥੇ ਆਏ ਨੇ, ਅਤੇ ਉਹਨਾਂ ਨੇ ਸਾਨੂੰ ਇਨਵੇਡ ਕੀਤਾ, ਸਾਡੇ 'ਤੇ ਅਟੈਕ ਕੀਤਾ, ਸਾਡੇ 'ਤੇ ਹਮਲਾ ਕੀਤਾ। ਉਹਨਾਂ ਨੇ ਸਾਡੀਆਂ ਲੈਂਡਸ ਨੂੰ ਕੈਪਚਰ ਕੀਤਾ, ਸਾਡੀਆਂ ਜ਼ਮੀਨਾਂ ਨੂੰ ਕੈਪਚਰ ਕਰਿਆ, ਹਥਿਆਇਆ। ਸਾਡੇ ਈਵਨ ਕਿ ਜਿਹੜੇ ਮਾਈਂਡਸ ਨੇ ਸਾਰੇ, ਸਾਡੇ ਮਨਾਂ ਨੂੰ ਵੀ ਆਪਣਾ ਗੁਲਾਮ ਬਣਾ ਲਿਆ। ਹੁਣ ਇਹ ਇਨਵੇਡਰਸ ਕਿਹੜੇ ਸੀ? ਅਲੈਗਜ਼ੈਂਡਰ, ਜਿਸ ਨੂੰ ਤੁਸੀਂ ਸਿਕੰਦਰ ਕਹਿੰਦੇ ਹੋ, ਇਹ ਗ੍ਰੀਕ ਸੀਗਾ, ਯੂਨਾਨ ਤੋਂ ਆਇਆ ਸੀ। ਇਸੇ ਤਰ੍ਹਾਂ ਤੁਰਕੀ ਦੇਸ਼ ਦੇ ਵੀ ਇਨਵੇਡਰ ਨਾਦਰ ਸ਼ਾਹ ਵਰਗੇ ਰਹੇ ਨੇ। ਮੁਗਲਸ, ਬਾਬਰ ਵਰਗੇ ਇਨਵੇਡਰ ਅਸੀਂ ਸਾਰੇ ਹਿਸਟਰੀ 'ਚ ਪੜ੍ਹੇ ਨੇ। ਪੋਰਤੂਗੀਜ਼ ਵੀ ਆਏ ਨੇ, ਪੁਰਤਗਾਲ ਦੇ ਲੋਕ ਸਾਡੇ ਦੇਸ਼ 'ਚ ਆਏ ਨੇ, ਉਹਨਾਂ ਨੇ ਸਾਡੇ ਦੇਸ਼ 'ਤੇ ਹਮਲਾ ਕੀਤਾ ਹੈ। ਬ੍ਰਿਟਿਸ਼ਰ ਨੇ ਤਾਂ ਸਾਡੇ ਦੇਸ਼ 'ਤੇ ਕਿੰਨੇ ਸਾਲ ਰਾਜ ਕੀਤਾ ਹੈ। ਫਰੈਂਚ ਲੋਕਾਂ ਨੇ ਹਮਲਾ ਕੀਤਾ ਹੈ, ਡੱਚ ਲੋਕਾਂ ਨੇ ਹਮਲਾ ਕੀਤਾ ਹੈ। ਇਹ ਸਾਰੇ ਬੰਦੇ ਸਾਡੇ ਦੇਸ਼ 'ਚ ਆਏ ਅਤੇ ਸਾਨੂੰ ਇਹਨਾਂ ਨੇ ਲੁੱਟਿਆ, ਅਤੇ ਸਾਡੇ ਤੋਂ ਉਹ ਸਾਰਾ ਕੁਝ ਲੈ ਗਏ ਜਿਹੜਾ ਕਿ ਸਾਡਾ ਆਪਣਾ ਸੀ। ਟੁੱਕ ਓਵਰ ਵਟ ਵਾਜ਼ ਆਰਸ, ਜਿਹੜਾ ਸਾਡਾ ਸੀ ਉਹ ਸਾਰਾ ਕੁਝ ਲੈ ਗਏ। ਫਿਰ ਵੀ ਅਸੀਂ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਕੰਮ, ਮਤਲਬ ਕਿ ਅਸੀਂ ਕਿਸੇ 'ਤੇ ਹਮਲਾ ਨਹੀਂ ਕੀਤਾ, ਟੂ ਐਨੀ ਅਦਰ ਨੇਸ਼ਨ, ਕਿਸੇ ਵੀ ਦੇਸ਼ 'ਤੇ ਅਸੀਂ ਹਮਲਾ ਨਹੀਂ ਕੀਤਾ। ਜਿਵੇਂ ਸਾਡੇ 'ਤੇ ਲੋਕਾਂ ਨੇ ਹਮਲਾ ਕੀਤਾ ਬਾਹਰੋਂ ਆ ਕੇ, ਸਾਡੇ ਦੇਸ਼ ਦੇ ਲੋਕ ਕਦੇ ਵੀ ਕਿਸੇ ਬਾਹਰਲੇ ਦੇਸ਼ 'ਤੇ ਹਮਲਾ ਕਰਨ ਨਹੀਂ ਗਏ। ਵੀ ਹੈਵ ਨੋਟ ਕੌਨਕਰਡ ਐਨੀਵਨ, ਅਸੀਂ ਕਿਸੇ ਨੂੰ ਨਹੀਂ ਜਿੱਤਿਆ। ਅਸੀਂ ਬਾਕੀ ਲੋਕਾਂ ਨੂੰ ਜਾ ਕੇ ਉਹਨਾਂ ਨੂੰ ਨਹੀਂ ਜਿੱਤਿਆ, ਸਾਨੂੰ ਲੋਕ ਆ ਕੇ ਮਾਰਦੇ ਰਹੇ, ਸਾਨੂੰ ਹਮਲਾ ਕਰਦੇ ਰਹੇ। ਵੀ ਹੈਵ ਨੋਟ ਗ੍ਰੈਬਡ ਦੇਅਰ ਲੈਂਡ, ਅਸੀਂ ਉਹਨਾਂ ਦੀਆਂ ਜ਼ਮੀਨਾਂ ਨਹੀਂ ਹਥਿਆਈਆਂ,
ਉਹਨਾਂ ਦੇ ਕਲਚਰ, ਉਹਨਾਂ ਦੇ ਜੋ ਸੱਭਿਆਚਾਰ ਹੈ ਉਸ ਨੂੰ ਅਸੀਂ ਨਸ਼ਟ ਨਹੀਂ ਕੀਤਾ, ਉਹਨਾਂ ਦੇ ਹਿਸਟਰੀ ਇਤਿਹਾਸ ਨੂੰ ਨਸ਼ਟ ਨਹੀਂ ਕੀਤਾ। ਈਵਨ ਕਿ ਆਪਣੀ ਜੋ ਲਾਈਫ ਦਾ ਜੋ ਇੱਕ ਤਰੀਕਾ ਹੈ, ਜੋ ਸਾਡੀ ਜ਼ਿੰਦਗੀ ਜੀਣ ਦਾ ਜੋ ਤਰੀਕਾ ਹੈ, ਅਸੀਂ ਉਹਨਾਂ 'ਤੇ ਨਹੀਂ ਲੱਦਿਆ ਵੀ ਅਸੀਂ ਨਹੀਂ ਚਾਹਿਆ ਕਿ ਉਹਨਾਂ ਦੀ ਜ਼ਿੰਦਗੀ ਸਾਡੇ ਵਰਗੀ ਬਣ ਜਾਏ, ਜਾਂ ਅਸੀਂ ਆਪਣੀਆਂ ਸਾਰੀਆਂ ਸੱਭਿਆਚਾਰ ਜਾਂ ਕਲਚਰਲ ਜੋ ਸਾਡੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਉੱਪਰ ਅਸੀਂ ਥੋਪ ਦਈਏ। ਐਸਾ ਨਹੀਂ ਹੋਇਆ। ਤਾਂ ਰਾਈਟਰ ਪਹਿਲੇ ਪੈਰੇ ਦੇ ਐਂਡ ਦੇ ਵਿੱਚ ਇੱਕ ਕੁਐਸਚਨ ਕਰਦਾ ਹੈ, ਵਾਈ, ਕਿਉਂ ਨਹੀਂ ਐਵੇਂ ਅਸੀਂ ਕੀਤਾ? ਅਸੀਂ ਇਸ ਤਰ੍ਹਾਂ ਬਾਕੀ ਦੇਸ਼ਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਕਿਉਂ ਨਹੀਂ ਹਥਿਆਇਆ? ਅਸੀਂ ਉਹਨਾਂ ਨੂੰ ਕਿਉਂ ਆਪਣੇ ਕਲਚਰ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਕਿ ਸਾਡੇ 'ਤੇ ਕੀਤਾ ਗਿਆ? ਸਟੂਡੈਂਟਸ, ਇਸ ਕੁਐਸਚਨ ਦਾ ਆਨਸਰ ਰਾਈਟਰ ਅਗਲੇ ਪੈਰੇ 'ਚ ਦਿੰਦਾ ਹੈ। ਉਹ ਕਹਿੰਦੇ ਇਹ ਇਸ ਕਰਕੇ ਹੈ ਕਿਉਂਕਿ ਅਸੀਂ ਦੂਜਿਆਂ ਦੀ ਫਰੀਡਮ ਦੀ ਰਿਸਪੈਕਟ ਕਰਦੇ ਹਾਂ, ਉਹਨਾਂ ਦੀ ਆਜ਼ਾਦੀ ਦੀ ਅਸੀਂ ਰਿਸਪੈਕਟ ਕਰਦੇ ਹਾਂ। ਅਸੀਂ ਉਹਨਾਂ ਨੂੰ ਗੁਲਾਮ ਨਹੀਂ ਬਣਾਉਣਾ ਚਾਹੁੰਦੇ ਜਿਵੇਂ ਬਾਕੀਆਂ ਨੇ ਸਾਨੂੰ ਆ ਕੇ ਬਣਾਇਆ ਹੈ। ਅਸੀਂ ਇੱਦਾਂ ਦੀ ਪ੍ਰਵਿਰਤੀ ਨਹੀਂ ਰੱਖਦੇ, ਅਸੀਂ ਉਹਨਾਂ ਦੀ ਫਰੀਡਮ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਇਸੇ ਕਰਕੇ ਜਿਹੜਾ ਮੇਰਾ ਫਸਟ ਵਿਜ਼ਨ ਹੈ ਉਹ ਹੈ ਇਜ਼ ਦੈਟ ਆਫ ਫਰੀਡਮ। ਤਾਂ ਫਰੀਡਮ ਮੇਰਾ ਪਹਿਲਾ ਵਿਜ਼ਨ ਹੈ। ਤਾਂ ਬੱਚੋ ਇਹ ਕੁਐਸਚਨ ਆਮ ਪੇਪਰ 'ਚ ਆ ਜਾਂਦਾ ਹੈ ਕਿ ਵਟ ਇਜ਼ ਦਾ ਫਸਟ ਵਿਜ਼ਨ ਆਫ ਦਾ ਰਾਈਟਰ। ਤਾਂ ਆਪਾਂ ਉਹਦਾ ਆਨਸਰ ਫਰੀਡਮ ਲਿਖਣਾ ਹੈ। ਫਰੀਡਮ ਦਾ ਮਤਲਬ ਆਜ਼ਾਦੀ, ਕਿ ਅਸੀਂ ਆਜ਼ਾਦ ਰਹਿਣਾ ਚਾਹੁੰਦੇ ਹਾਂ ਅਤੇ ਬਾਕੀਆਂ ਨੂੰ ਵੀ ਅਸੀਂ ਆਜ਼ਾਦ ਦੇਖਣਾ ਚਾਹੁੰਦੇ ਹਾਂ। ਤਾਂ ਰਾਈਟਰ ਕਹਿੰਦਾ ਵੀ ਮੈਨੂੰ ਵਿਸ਼ਵਾਸ ਹੈ ਕਿ ਜਿਹੜਾ ਭਾਰਤ ਹੈ, ਭਾਰਤ ਵਾਸੀਆਂ ਨੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਵਿਜ਼ਨ ਇਹ ਫਰੀਡਮ ਵਾਲਾ ਕਦੋਂ ਦੇਖਿਆ? 1857 ਈਸਵੀ ਦੇ ਵਿੱਚ। ਤੁਹਾਨੂੰ ਪਤਾ ਬੱਚਿਓ 1857 ਈਸਵੀ ਦੇ ਵਿੱਚ ਵਿਦਰੋਹ ਹੋਇਆ ਸੀ ਅਤੇ ਉਸ ਦੇ ਵਿੱਚ ਸਾਰੇ ਭਾਰਤੀਆਂ ਨੇ ਰਲ ਕੇ ਇੱਕ ਕੋਸ਼ਿਸ਼ ਕੀਤੀ ਸੀ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਦੀ। ਤਾਂ ਇਹ 1857 ਈਸਵੀ ਦੇ ਵਿੱਚ ਵਾਰ ਆਫ ਇੰਡੀਪੈਂਡੈਂਸ ਦੀ ਇੱਕ ਤਰ੍ਹਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਕਿ ਸਾਡੇ ਭਾਰਤ ਦੀ ਆਜ਼ਾਦੀ ਦੀ ਜਿਹੜੀ ਪਹਿਲੀ ਲੜਾਈ ਹੈ ਉਹ 1857 ਦੇ ਵਿੱਚ ਕਿਹਾ ਜਾਂਦਾ ਕਿ ਲੜੀ ਗਈ। ਕਹਿੰਦੇ ਇਹੀ ਫਰੀਡਮ ਸੀ ਜੋ ਸਾਨੇ ਅੰਗਰੇਜ਼ਾਂ ਤੋਂ ਪ੍ਰਾਪਤ ਕੀਤੀ 1947 'ਚ। ਸਾਨੂੰ ਇਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ, ਸਾਨੂੰ ਇਸ ਨੂੰ ਰੱਖਿਆ ਕਰਨੀ ਚਾਹੀਦੀ ਹੈ ਅਤੇ ਨਰਚਰ ਕਰਨਾ ਚਾਹੀਦਾ। ਨਰਚਰ ਮਤਲਬ ਇਸ ਨੂੰ ਹੋਰ ਮਜ਼ਬੂਤ ਕਰੀਏ, ਹੋਰ ਵਧੀਆ ਬਣਾਈਏ ਐਂਡ ਬਿਲਡ ਔਨ, ਅਤੇ ਅਸੀਂ ਇਸ ਨੂੰ ਇਸੇ ਤਰ੍ਹਾਂ ਇਸ ਦੀ ਬੁਨਿਆਦ ਨੂੰ ਇਸ ਲਈ ਕਾਇਮ ਰੱਖੀਏ। ਕਿਉਂਕਿ ਜੇਕਰ ਅਸੀਂ ਫ੍ਰੀ ਨਹੀਂ ਹਾਂ ਤਾਂ ਕੋਈ ਵੀ ਸਾਡੀ ਰਿਸਪੈਕਟ ਨਹੀਂ ਕਰੇਗਾ, ਕੋਈ ਵੀ ਗੁਲਾਮ ਬੰਦੇ ਨੂੰ ਬੱਚਿਓ ਪਸੰਦ ਨਹੀਂ ਕਰਦਾ। ਆਜ਼ਾਦ ਬੰਦੇ ਨੂੰ ਹਰ ਇੱਕ ਇਨਸਾਨ ਪਸੰਦ ਕਰਦਾ ਹੈ ਅਤੇ ਅਸੀਂ ਆਪਣੀ ਆਜ਼ਾਦੀ ਬਣਾ ਕੇ ਰੱਖਣੀ ਹੈ। ਸਟੂਡੈਂਟਸ, ਰਾਈਟਰ ਦਾ ਭਾਰਤ ਦੇ ਪ੍ਰਤੀ ਜੋ ਸੈਕਿੰਡ ਵਿਜ਼ਨ ਹੈ, ਦੂਸਰਾ ਸੁਪਨਾ ਹੈ, ਉਹ ਹੈ ਡਿਵੈਲਪਮੈਂਟ। ਤਾਂ ਬੱਚਿਓ ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਸੀਂ ਪਹਿਲਾ ਵਿਜ਼ਨ ਰਾਈਟਰ ਦਾ ਫਰੀਡਮ, ਉਸ ਦੇ ਬਾਰੇ ਅਸੀਂ ਡਿਸਕਸ ਕਰ ਚੁੱਕੇ ਹਾਂ। ਡਿਵੈਲਪਮੈਂਟ ਮਤਲਬ ਵਿਕਾਸ। ਤਾਂ ਭਾਰਤ ਦੇ ਪ੍ਰਤੀ ਉਸ ਦਾ ਦੂਸਰਾ ਸੁਪਨਾ ਕਿਹੜਾ ਹੈ? ਡਿਵੈਲਪਮੈਂਟ। ਕਹਿੰਦੇ 50 ਸਾਲਾਂ ਤੱਕ ਅਸੀਂ ਇੱਕ ਵਿਕਾਸਸ਼ੀਲ ਦੇਸ਼ ਹੀ ਰਹੇ ਹਾਂ। ਸਾਨੂੰ ਦੇਖੋ ਆਜ਼ਾਦੀ ਨੂੰ ਬੱਚਿਓ ਕਿੰਨੇ ਸਾਲ ਹੋ ਗਏ, ਅਸੀਂ ਹੁਣ ਤੱਕ ਡਿਵੈਲਪਿੰਗ ਨੇਸ਼ਨ 'ਚ ਹੀ ਆਉਂਦੇ ਹਾਂ। ਹੁਣ ਸਮਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਡਿਵੈਲਪ ਨੇਸ਼ਨ ਦੇਖੀਏ, ਇੱਕ ਵਿਕਸਿਤ ਦੇਸ਼ ਵਾਂਗੂ ਜਾਣੀਏ। ਤਾਂ ਸਟੂਡੈਂਟ ਸਾਨੂੰ ਇਹ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਡਿਵੈਲਪਿੰਗ ਨੇਸ਼ਨ ਅਤੇ ਡਿਵੈਲਪ ਨੇਸ਼ਨ 'ਚ ਕੀ ਫ਼ਰਕ ਹੈ। ਜਿਵੇਂ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਜੋ ਪਿੰਕ ਕਲਰ ਦੇ ਵਿੱਚ ਦੇਸ਼ ਨੇ ਉਹ ਸਾਰੇ ਡਿਵੈਲਪਡ ਕੰਟਰੀਜ਼ ਨੇ, ਜਿਹਦੇ 'ਚ USA ਆ ਜਾਂਦਾ ਹੈ, ਆਸਟ੍ਰੇਲੀਆ ਆ ਜਾਂਦਾ ਹੈ ਅਤੇ ਯੂਰਪ ਦੇ ਬਹੁਤ ਸਾਰੇ ਦੇਸ਼ ਆ ਜਾਂਦੇ ਆ। ਪਰ ਗ੍ਰੀਨ ਕਲਰ ਦੇ ਵਿੱਚ ਜਿਹੜੇ ਬੱਚੇ ਤੁਹਾਨੂੰ ਦੇਸ਼ ਦਿਖ ਰਹੇ ਨੇ, ਜਿਹਦੇ ਵਿੱਚ ਭਾਰਤ ਵੀ ਸ਼ਾਮਿਲ ਹੈ, ਉਹ ਸਾਰੇ ਜਾਂ ਤਾਂ ਡਿਵੈਲਪਿੰਗ ਕੰਟਰੀਜ਼ ਨੇ ਜਾਂ ਅਨਡਿਵੈਲਪਡ ਕੰਟਰੀਜ਼ ਨੇ। ਤਾਂ ਰਾਈਟਰ ਇਹੀ ਕਹਿਣਾ ਚਾਹੁੰਦਾ ਹੈ ਕਿ ਅਸੀਂ ਕਿਉਂ ਡਿਵੈਲਪ ਕੰਟਰੀ ਨਹੀਂ ਬਣ ਸਕੇ, ਇੱਕ ਵਿਕਸਿਤ ਦੇਸ਼ ਨਹੀਂ ਬਣ ਸਕੇ, ਜਦ ਕਿ ਸਾਨੂੰ ਸਾਡੀ ਆਜ਼ਾਦੀ ਨੂੰ ਇੰਨਾ ਸਮਾਂ ਹੋ ਚੁੱਕਿਆ। ਹੁਣ ਰਾਈਟਰ ਕਹਿੰਦਾ ਅਸੀਂ ਦੁਨੀਆ ਦੇ ਟੌਪ ਦੇ 5 ਦੇਸ਼ਾਂ ਦੇ ਵਿੱਚ ਸਾਡੀ GDP ਦਾ ਨੰਬਰ ਆਉਂਦਾ ਹੈ। ਦੁਨੀਆ ਦੇ ਟੌਪ ਦੇ ਜੇਕਰ ਅਸੀਂ 5 ਦੇਸ਼ ਲੈ ਲਈਏ ਤਾਂ ਉਹਦੇ ਵਿੱਚ ਸਾਡਾ ਨੰਬਰ ਆਉਂਦਾ ਹੈ ਕਿਸ ਰੈਫਰੈਂਸ ਵਜੋਂ? GDP ਵਜੋਂ। ਤਾਂ GDP ਦਾ ਮਤਲਬ ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। GDP ਦਾ ਮਤਲਬ ਹੁੰਦਾ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ। ਇਕਨੋਮਿਕਸ ਦੇ ਸਟੂਡੈਂਟਸ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ। ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ ਪੰਜਾਬੀ 'ਚ ਮਤਲਬ ਹੁੰਦਾ ਹੈ ਸਕਲ ਘਰੇਲੂ ਉਤਪਾਦਨ। ਹੁਣ GDP ਬਾਰੇ ਵੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦੇਣਾ ਬੱਚਿਓ। GDP ਕੀ ਹੈ? ਦੇਖੋ ਸਾਡੇ ਆਲੇ ਦੁਆਲੇ ਸਾਰੇ ਕਿਤੇ GDP ਹੈ। ਜਿਵੇਂ ਈਵਨ ਕਿ ਅਸੀਂ ਚਾਹੇ ਟੀਚਰਸ ਹੋਈਏ ਜਾਂ ਅਸੀਂ ਜਿਹੜੇ ਕੱਪੜੇ ਪਾਏ ਨੇ ਉਹ ਹੋ ਗਏ, ਜਾਂ ਬਾਜ਼ਾਰ ਹੋ ਗਏ, ਜਾਂ ਕਾਰ ਜਿਹੜੀਆਂ ਅਸੀਂ ਦੇਖਦੇ ਹਾਂ ਸੜਕਾਂ 'ਤੇ ਤੁਰੀਆਂ ਫਿਰਦੀਆਂ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੇ ਆਲੇ ਦੁਆਲੇ ਨੇ, ਉਹ ਸਾਰੇ ਹੀ GDP ਦਾ ਪਾਰਟ ਨੇ। GDP ਨੂੰ ਅਸੀਂ ਸਿੰਪਲ ਇਹ ਕਹਿ ਸਕਦੇ ਹਾਂ ਕਿ ਟੋਟਲ ਵੈਲਿਊ ਆਫ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਇਨ ਐਨੀ ਕੰਟਰੀ, ਉਹ ਉਸਦਾ GDP ਹੁੰਦੀ ਹੈ। ਸਾਡੇ ਜ਼ਿਆਦਾਤਰ ਜਿਹੜੇ ਏਰੀਆਜ਼ ਨੇ
ਉਹਨਾਂ ਦੇ ਵਿੱਚ 10% ਦੇ ਅਸੀਂ ਵਾਧੇ ਦੇ ਰੇਟ ਦੇ ਨਾਲ ਗਰੋ ਕਰ ਰਹੇ ਹਾਂ। ਹੁਣ ਇਹ ਕਿਹੜੇ ਏਰੀਆਜ਼ ਹੋ ਸਕਦੇ ਨੇ, ਐਗਰੀਕਲਚਰਲ ਏਰੀਆ ਹੋ ਸਕਦਾ ਹੈ, ਇੰਡਸਟਰੀਅਲ ਏਰੀਆ ਹੋ ਸਕਦਾ ਹੈ, ਇਹਦੇ ਵਿੱਚ ਅਸੀਂ 10% ਦੀ ਗਰੋਥ ਹਰ ਸਾਲ ਦਿਖਾ ਰਹੇ ਹਾਂ। ਸਾਡੇ ਦੇਸ਼ ਦਾ ਗਰੀਬੀ ਦਾ ਜੋ ਲੈਵਲ ਹੈ ਉਹ ਵੀ ਨੀਚੇ ਗਿਰ ਰਿਹਾ ਹੈ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਦੇਸ਼ ਦੇ ਜਿਹੜੇ ਗਰੀਬ ਲੋਕ ਨੇ ਉਹ ਗਰੀਬੀ ਰੇਖਾ ਤੋਂ ਹੁਣ ਉੱਪਰ ਉੱਠ ਰਹੇ ਨੇ। ਇੱਕ ਅਨੁਮਾਨ ਦੇ ਮੁਤਾਬਕ ਹਰ ਮਿੰਟ 40 ਤੋਂ ਜ਼ਿਆਦਾ ਬੰਦੇ, ਲਗਭਗ 44-45 ਬੰਦੇ ਸਾਡੇ ਦੇਸ਼ ਦੇ ਵਿੱਚ ਗਰੀਬੀ ਰੇਖਾ ਤੋਂ ਉੱਪਰ ਆ ਜਾਂਦੇ ਨੇ, ਮਤਲਬ ਉਹ ਗਰੀਬ ਨਹੀਂ ਰਹਿੰਦੇ। ਹੁਣ ਇੰਨੀਆਂ ਸਾਰੀਆਂ ਸਾਡੀਆਂ ਅਚੀਵਮੈਂਟਸ ਨੇ, ਉਪਲਬਧੀਆਂ ਨੇ, ਉਹਨਾਂ ਨੂੰ ਸੰਸਾਰ, ਗਲੋਬਲੀ ਦਾ ਮਤਲਬ ਸਾਰਾ ਸੰਸਾਰ ਉਹਨਾਂ ਨੂੰ ਹੁਣ ਪਛਾਣ ਰਿਹਾ ਹੈ, ਰਿਕੋਗਨਾਈਜ਼ ਕਰ ਰਿਹਾ, ਉਹਨਾਂ ਨੂੰ ਮੰਨ ਰਿਹਾ ਹੈ ਕਿ ਹਾਂ ਇੰਡੀਆ ਤਰੱਕੀ ਕਰ ਰਿਹਾ ਹੈ। ਇਸ ਦੇ ਬਾਵਜੂਦ ਸਾਡੇ ਸਾਰੇ ਭਾਰਤ ਵਾਸੀਆਂ ਦੇ ਵਿੱਚ ਕਮੀ ਹੈ। ਉਹ ਕਮੀ ਕੀ ਹੈ? ਸੈਲਫ ਕੌਨਫੀਡੈਂਸ ਦੀ, ਕਿ ਸਾਡੇ 'ਚ ਆਤਮ ਵਿਸ਼ਵਾਸ ਨਹੀਂ ਹੈ। ਉਹ ਆਤਮ ਵਿਸ਼ਵਾਸ ਇਸ ਗੱਲ ਦਾ ਨਹੀਂ ਹੈ ਕਿ ਅਸੀਂ ਆਪਣੇ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਵਜੋਂ, ਸੈਲਫ ਰਿਲਾਇੰਟ, ਆਤਮ ਨਿਰਭਰ ਦੇਸ਼ ਵਜੋਂ ਐਂਡ ਸੈਲਫ ਅਸ਼ਿਓਰਡ, ਆਪਣੇ ਆਪ 'ਤੇ ਭਰੋਸਾ ਕਰਨ ਵਾਲੇ ਦੇਸ਼ ਵਜੋਂ ਨਹੀਂ ਦੇਖਦੇ। ਅਸੀਂ ਮੰਨਦੇ ਹੀ ਨਹੀਂ ਕਿ ਅਸੀਂ ਇਹ ਬਣ ਸਕਦੇ ਹਾਂ, ਸਾਡੇ 'ਚ ਵਿਸ਼ਵਾਸ ਹੀ ਨਹੀਂ ਹੈ। ਤਾਂ ਇਹ ਫਿਰ ਕੁਐਸਚਨ ਪੁੱਛਦਾ ਹੈ ਰਾਈਟਰ, ਇਜ਼ਨ ਦਿਸ ਇਨਕਰੈਕਟ, ਕਿ ਇਹ ਗਲਤ ਨਹੀਂ ਹੈ? ਸਟੂਡੈਂਟਸ, ਇਸ ਤੋਂ ਬਾਅਦ ਰਾਈਟਰ ਆਪਣੇ ਤੀਸਰੇ ਵਿਜ਼ਨ ਦੀ ਗੱਲ ਕਰਦਾ ਹੈ। ਉਹ ਕੀ ਹੈ? ਕਹਿੰਦੇ ਇੰਡੀਆ ਮਸਟ ਸਟੈਂਡ ਅਪ ਟੂ ਦਾ ਵਰਲਡ। ਤਾਂ ਹੁਣ ਉਹ ਇਹ ਕਹਿੰਦਾ ਹੈ ਕਿ ਸਾਡਾ ਜਿਹੜਾ ਭਾਰਤ ਦੇਸ਼ ਹੈ ਉਹ ਸਾਰੇ ਸੰਸਾਰ ਦੇ ਸਾਹਮਣੇ ਖੜਾ ਹੋਵੇ, ਤਣ ਕੇ ਖੜਾ ਹੋਵੇ। ਬਿਕੋਜ਼ ਆਈ ਬਿਲੀਵ, ਕਿਉਂਕਿ ਮੈਨੂੰ ਇਹ ਵਿਸ਼ਵਾਸ ਹੈ ਕਿ ਜਦੋਂ ਤੱਕ ਇੰਡੀਆ ਇਸ ਤਰ੍ਹਾਂ ਸੰਸਾਰ ਦੇ ਅੱਗੇ ਨਹੀਂ ਖੜਾ ਹੁੰਦਾ, ਨੋ ਵਨ ਵਿਲ ਰਿਸਪੈਕਟ ਅਸ, ਸਾਡੀ ਕੋਈ ਇੱਜ਼ਤ ਨਹੀਂ ਕਰੇਗਾ। ਓਨਲੀ ਸਟਰੈਂਥ ਰਿਸਪੈਕਟਸ ਸਟਰੈਂਥ, ਕਹਿੰਦੇ ਜਿਹੜੀ ਸ਼ਕਤੀ ਹੀ ਸ਼ਕਤੀ ਦੀ ਇੱਜ਼ਤ ਕਰਦੀ ਹੈ। ਦੇਖੋ ਇਹ ਤਾਂ ਸਿੱਧੀ ਜੀ ਗੱਲ ਹੈ, ਇੱਕ ਮਾੜੇ ਬੰਦੇ ਦੀ ਕੋਈ ਕਦਰ ਨਹੀਂ ਕਰਦਾ, ਸ਼ਕਤੀਸ਼ਾਲੀ ਪਰਸਨ ਦੀ ਹੀ ਹਰ ਜਗ੍ਹਾ ਇੱਜ਼ਤ ਹੁੰਦੀ ਹੈ। ਤੇ ਇਹ ਜਿਹੜੀ ਸਟਰੈਂਥ ਹੋਣੀ ਚਾਹੀਦੀ ਹੈ, ਇਹ ਸਿਰਫ ਸਾਡੀ ਮਿਲਟਰੀ ਪਾਵਰ 'ਚ ਨਹੀਂ ਹੋਣੀ ਚਾਹੀਦੀ। ਕਹਿਣ ਦਾ ਮਤਲਬ ਜਿਹੜਾ ਸਾਡੀ ਮਿਲਟਰੀ ਹੈ ਇਹੀ ਸਾਡੀ ਸਟਰੋਂਗ ਨਹੀਂ ਹੋਣੀ ਚਾਹੀਦੀ, ਸਗੋਂ ਇਕਨੋਮਿਕ ਪਾਵਰ ਵੀ ਸਾਡੀ ਇਸ ਦੇ ਵਿੱਚ ਵੀ ਸਟਰੈਂਥ ਆਉਣੀ ਚਾਹੀਦੀ ਹੈ। ਸਾਡਾ ਜੋ ਦੇਸ਼ ਦੀ ਅਰਥ ਵਿਵਸਥਾ ਹੈ ਉਹ ਵੀ ਬਹੁਤ ਹੀ ਜ਼ਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ। ਰਾਈਟਰ ਕਹਿੰਦੇ ਦੋਨੋਂ ਹੀ ਗੱਲਾਂ, ਕਿ ਅਸੀਂ ਮਿਲਟਰੀ ਦੇ ਪੱਖੋਂ ਮਜ਼ਬੂਤ ਹੋਈਏ ਤੇ ਆਰਥਿਕ ਪੱਖੋਂ ਵੀ ਅਸੀਂ ਮਜ਼ਬੂਤ ਹੋਈਏ, ਇਹ ਨਾਲ ਨਾਲ ਚੱਲਦੀਆਂ ਨੇ। ਇਹ ਨਹੀਂ ਹੋ ਸਕਦਾ ਕਿ ਅਸੀਂ ਆਰਥਿਕ ਪੱਖੋਂ ਤਾਂ ਮਜ਼ਬੂਤ ਹੋ ਜਾਈਏ ਲੇਕਿਨ ਸਾਡੀ ਮਿਲਟਰੀ ਵੀਕ ਰਹਿ ਜੇ, ਤਾਂ ਵੀ ਕੋਈ ਫਾਇਦਾ ਨਹੀਂ। ਦੋਨੇ ਗੱਲਾਂ ਨਾਲ ਨਾਲ ਚੱਲਦੀਆਂ ਬੱਚਿਓ। ਜਿਹੜਾ ਟੂ ਗੋ ਹੈਂਡ ਇਨ ਹੈਂਡ ਹੁੰਦਾ ਹੈ, ਇਹ ਇਜ਼ ਅ ਫਰੇਜ਼ ਹੈ, ਇਹ ਇੱਕ ਤਰ੍ਹਾਂ ਦਾ, ਤੇ ਇਕੱਠਾ ਹੀ ਆਉਂਦਾ ਹੈ। ਇਹਦਾ ਮਤਲਬ ਹੁੰਦਾ ਨਾਲ ਨਾਲ ਚੱਲਣਾ। ਉਹ ਕਹਿੰਦੇ ਮੇਰੀ ਚੰਗੀ ਕਿਸਮਤ ਹੈ, ਗੁੱਡ ਫੋਰਚੂਨ, ਕਿ ਮੈਂ 3 ਮਹਾਨ ਸ਼ਖਸੀਅਤਾਂ, 3 ਗ੍ਰੇਟ ਮਾਈਂਡਸ, ਉਹਨਾਂ ਦੇ ਨਾਲ ਕੰਮ ਕੀਤਾ ਹੈ। ਹੁਣ ਇਹ ਕਿਹੜੇ-ਕਿਹੜੇ ਨੇ ਬੱਚਿਓ? ਡਾਕਟਰ ਵਿਕਰਮ ਸਾਰਾਭਾਈ ਆਫ ਦਾ ਡਿਪਾਰਟਮੈਂਟ ਆਫ ਸਪੇਸ। ਡਿਪਾਰਟਮੈਂਟ ਆਫ ਸਪੇਸ ਜੋ ਪੁਲਾੜ ਵਿਗਿਆਨ ਹੈ ਉਸ ਦੇ ਵਿੱਚ ਇਹ ਡਾਕਟਰ ਵਿਕਰਮ ਸਾਰਾਭਾਈ ਨੇ ਕੰਮ ਕੀਤਾ। ਤੁਹਾਨੂੰ ਪਤਾ ਹੈ ਇੱਥੇ ਵੀ ਅਬਦੁਲ ਕਲਾਮ ਆਜ਼ਾਦ ਜੀ ਨੇ ਕੰਮ ਕੀਤਾ ਹੈ। ਫਿਰ ਉਹਨਾਂ ਤੋਂ ਬਾਅਦ ਆਏ ਪ੍ਰੋਫੈਸਰ ਸਤੀਸ਼ ਧਵਨ, ਜਿਨ੍ਹਾਂ ਨੇ ਉਹਨਾਂ ਨੂੰ ਸਕਸੀਡ ਕੀਤਾ, ਮਤਲਬ ਉਹਨਾਂ ਤੋਂ ਬਾਅਦ ਉਹਨਾਂ ਦੀ ਥਾਂ 'ਤੇ ਆਏ। ਅਤੇ ਡਾਕਟਰ ਬ੍ਰਹਮ ਪ੍ਰਕਾਸ਼, ਜਿਨ੍ਹਾਂ ਨੂੰ ਨਿਊਕਲੀਅਰ ਮਟੀਰੀਅਲ ਦਾ ਫਾਦਰ ਕਿਹਾ ਜਾਂਦਾ ਹੈ। ਉਹ ਫਿਰ ਕਹਿੰਦੇ ਨੇ ਕਿ ਮੈਂ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਹਾਂ ਕਿ ਮੈਂ ਇਹਨਾਂ ਤਿੰਨਾਂ ਦੇ ਨਾਲ ਬਹੁਤ ਹੀ ਨੇੜੇ ਤੋਂ ਕੰਮ ਕੀਤਾ ਹੈ, ਅਤੇ ਮੈਂ ਆਪਣੀ ਜ਼ਿੰਦਗੀ ਦੀ ਬਹੁਤ ਹੀ ਵਧੀਆ ਇਹ ਓਪਰਚੁਨਿਟੀ ਮੰਨਦਾ ਹੈ, ਕਿ ਮੌਕਾ ਮੰਨਦਾ ਹੈ ਕਿ ਮੈਂ ਇਹਨਾਂ ਸਾਰਿਆਂ ਦੇ ਨਾਲ, ਇੰਨੀ ਮਹਾਨ ਸ਼ਖਸੀਅਤਾਂ ਦੇ ਨਾਲ ਕੰਮ ਕੀਤਾ, ਮੈਨੂੰ ਸਿੱਖਣ ਨੂੰ ਮਿਲਿਆ। ਰਾਈਟਰ ਅੱਗੇ ਇਹ ਕਹਿੰਦੇ ਸਾਡੇ ਭਾਰਤ ਦੀਆਂ ਕੁਝ ਅਜਿਹੀਆਂ ਅਦਭੁਤ ਸਫਲਤਾਵਾਂ ਨੇ ਜੋ ਭਾਰਤ ਨੇ ਪਿਛਲੇ ਸਮੇਂ 'ਚ ਆਜ਼ਾਦੀ ਤੋਂ ਬਾਅਦ ਪ੍ਰਾਪਤ ਕੀਤੀਆਂ ਨੇ। ਕੁਝ ਅਜਿਹੀਆਂ ਅਦਭੁਤ ਸਫਲਤਾਵਾਂ ਦੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਅਸੀਂ ਕਦੇ ਮੰਨਦੇ ਹੀ ਨਹੀਂ। ਵੀ ਰਿਫਿਊਜ਼ ਟੂ ਐਕਨੋਲੇਜ ਦੈਮ। ਅਸੀਂ ਇਹ ਸਵੀਕਾਰ ਹੀ ਨਹੀਂ ਕਰਦੇ ਕਿ ਅਸੀਂ ਉਹ ਸਫਲਤਾਵਾਂ ਨੂੰ ਮੰਨੀਏ। ਹੁਣ ਉਹ ਕੁਛ ਫੈਕਟਸ ਦਿੰਦੇ ਹੈ ਰਾਈਟਰ, ਜਿਸ 'ਤੇ ਸਾਨੂੰ ਗਰਵ ਕਰਨਾ ਚਾਹੀਦਾ ਹੈ ਕਿ ਹਾਂ ਦੇਖੋ ਭਾਰਤ ਨੇ ਕਿੰਨੀਆਂ ਉਪਲਬਧੀਆਂ ਵਧੀਆ ਹਾਸਿਲ ਕੀਤੀਆਂ ਨੇ। ਉਹ ਕਹਿੰਦੇ ਕਿ ਸਾਡਾ ਪਹਿਲਾ ਰੈਂਕ ਹੈ ਜੀ ਮਿਲਕ ਪ੍ਰੋਡਕਸ਼ਨ ਦੇ ਵਿੱਚ ਪੂਰੇ ਸੰਸਾਰ 'ਚ। ਤਾਂ ਅਸੀਂ ਪੂਰੇ ਸੰਸਾਰ ਦੇ ਜਿੰਨੇ ਵੀ ਕੰਟਰੀਜ਼ ਲੈ ਲਈਏ, ਜਿਵੇਂ ਕਿ ਤੁਸੀਂ ਡੇਟਾ ਦੇਖ ਰਹੇ ਹੋ, ਉਸ ਦੇ ਵਿੱਚ ਅਸੀਂ ਬਿਲਕੁਲ ਪਹਿਲੇ ਨੰਬਰ 'ਤੇ ਆਉਂਦੇ ਹਾਂ ਮਿਲਕ ਪ੍ਰੋਡਕਸ਼ਨ 'ਚ, ਮਤਲਬ ਦੁੱਧ ਉਤਪਾਦਨ ਦੇ ਵਿੱਚ ਸਾਡੇ ਭਾਰਤ ਦਾ ਪਹਿਲਾ ਨੰਬਰ ਹੈ। ਇਸੇ ਤਰ੍ਹਾਂ ਕਹਿੰਦੇ ਵੀ ਅਸੀਂ ਵੀ ਆਰ ਨੰਬਰ 1 ਇਨ ਰਿਮੋਟ ਸੈਂਸਿੰਗ ਸੈਟੇਲਾਈਟਸ। ਜਿਵੇਂ ਕਿ ਤੁਸੀਂ ਬੱਚਿਓ ਵੀਡੀਓ 'ਚ ਦੇਖ ਰਹੇ ਹੋ, ਜਿਹੜੇ ਸੈਟੇਲਾਈਟਸ ਨੇ ਉਹ ਤੁਹਾਨੂੰ ਪਤਾ ਹੈ ਕਿ ਧਰਤੀ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਨੇ। ਦੂਰੋਂ ਹੀ ਇਹਨਾਂ ਨੂੰ ਅਸੀਂ ਰਿਮੋਟਲੀ ਅਸੀਂ ਇਹਨਾਂ ਨੂੰ
ਜਿਹੜਾ ਹੈ ਐਡਜਸਟ ਕਰ ਸਕਦੇ ਹਾਂ, ਇਹਨਾਂ 'ਤੇ ਕੰਟਰੋਲ ਕਰ ਸਕਦੇ ਹਾਂ। ਸਾਡੇ ਸਾਰੇ ਮੋਬਾਈਲ ਫੋਨਸ ਜਾਂ ਹੋਰ ਟੀਵੀ ਵਗੈਰਾ ਦੇ ਚੈਨਲ ਜਿਹੜੇ ਆ ਇਹਨਾਂ ਦੇ ਥਰੂ ਚੱਲਦੇ ਨੇ, ਅਤੇ ਅਸੀਂ ਇਹਦੇ ਵਿੱਚ ਇਹਨਾਂ ਦੀ ਮੈਨੂਫੈਕਚਰਿੰਗ ਦੇ ਵਿੱਚ ਪਹਿਲੇ ਨੰਬਰ 'ਤੇ ਹੈ ਪੂਰੀ ਦੁਨੀਆ 'ਚ। ਦੇਖੋ ਕਿੱਡੀ ਵੱਡੀ ਗੱਲ ਹੈ ਸਾਡੇ ਲਈ ਇਹ। ਇਸੇ ਤਰ੍ਹਾਂ ਅਸੀਂ ਪੂਰੇ ਸੰਸਾਰ ਦੇ ਵਿੱਚ ਵੀਟ ਪ੍ਰੋਡਕਸ਼ਨ ਦੇ ਮਾਮਲੇ 'ਚ, ਵੀਟ ਦਾ ਮਤਲਬ ਤੁਹਾਨੂੰ ਬੱਚਿਓ ਪਤਾ ਹੈ ਕਣਕ ਹੁੰਦਾ ਹੈ, ਉਸ ਦੇ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਹੈ। ਮਤਲਬ ਸਾਰੇ ਸੰਸਾਰ ਦੇ ਵਿੱਚ ਅਸੀਂ ਦੂਸਰੇ ਨੰਬਰ 'ਤੇ ਕਣਕ ਦੀ ਪੈਦਾਵਾਰ ਕਰਦੇ ਹਾਂ। ਇਹ ਕਿੱਡੀ ਵੱਡੀ ਉਪਲਬਧੀ ਹੈ ਸਾਡੇ ਲਈ, ਦੇਖੋ ਇਹ ਵੀ। ਅਤੇ ਉਸ ਤੋਂ ਬਾਅਦ ਫਿਰ ਰਾਈਟਰ ਕਹਿੰਦਾ ਅਸੀਂ ਚਾਵਲ ਉਤਪਾਦਨ ਦੇ ਮਾਮਲੇ 'ਚ, ਜੇ ਅਸੀਂ ਚੌਲ ਦੀ ਗੱਲ ਕਰ ਲਈਏ, ਚਾਵਲ ਦੀ ਉਤਪਾਦਨ ਦੇ ਪੂਰੇ ਸੰਸਾਰ ਦੇ ਦੇਸ਼ਾਂ ਦੀ ਗੱਲ ਕਰ ਲਈਏ, ਅਸੀਂ ਫਿਰ ਉਸ ਦੇ ਵਿੱਚ ਦੂਸਰੇ ਨੰਬਰ 'ਤੇ ਆਉਂਦੇ ਹਾਂ। ਤਾਂ ਬੱਚਿਓ ਇਹ ਸਾਰੀਆਂ ਗੱਲਾਂ 'ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ, ਪਰ ਰਾਈਟਰ ਇਹ ਵੀ ਕਹਿੰਦਾ ਹੈ ਕਿ ਅਸੀਂ ਮਾਣ ਕਿਉਂ ਨਹੀਂ ਕਰਦੇ। ਇੱਥੇ ਉਹਨੇ ਕੁਐਸਚਨ ਪੁੱਛਿਆ, ਵਾਈ, ਅਸੀਂ ਇਹ ਸਾਰੀਆਂ ਗੱਲਾਂ 'ਤੇ ਮਾਣ ਕਿਉਂ ਨਹੀਂ ਕਰਦੇ। ਇੱਥੇ ਰਾਈਟਰ ਇੱਕ ਹੋਰ ਸਾਡੇ ਅੱਗੇ ਪ੍ਰਸ਼ਨ ਰੱਖਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਇੱਕ ਰਾਸ਼ਟਰ ਦੇ ਤੌਰ 'ਤੇ, ਦੇਖੋ ਅਸੀਂ ਉਹ ਹੁਣ ਸਾਨੂੰ ਸਾਰਿਆਂ ਨੂੰ ਲੈ ਰਹੇ ਨੇ ਇਸ ਗੱਲ 'ਚ, ਕਹਿੰਦੇ ਅਸੀਂ ਇੱਕ ਰਾਸ਼ਟਰ ਦੇ ਤੌਰ 'ਤੇ ਜਿਹੜੀਆਂ ਬਾਹਰਲੀਆਂ ਚੀਜ਼ਾਂ ਨੇ, ਫੋਰਨ ਥਿੰਗਸ ਨੇ, ਉਹਨਾਂ ਦੇ ਪ੍ਰਤੀ ਅਸੀਂ ਇੰਨੇ ਪਾਗਲ ਕਿਉਂ ਹੋਏ ਹੋਏ ਹਾਂ। ਵਾਈ ਆਰ ਵੀ ਸੋ ਓਬਸੈਸਡ। ਓਬਸੈਸ ਦਾ ਮਤਲਬ ਹੁੰਦਾ ਹੈ ਪਾਗਲ ਹੋ ਜਾਣਾ, ਵੀ ਸਾਰੀਆਂ ਚੀਜ਼ਾਂ ਸਾਨੂੰ ਫੋਰਨ ਚਾਹੀਦੀਆਂ ਨੇ, ਬਾਹਰਲੀਆਂ ਚੀਜ਼ਾਂ ਚਾਹੀਦੀਆਂ ਨੇ। ਅੱਗੇ ਦੇਖੋ ਇਸ ਗੱਲ ਨੂੰ ਕਲੀਅਰ ਕਰਦੇ ਨੇ, ਕਹਿੰਦੇ ਅਸੀਂ ਜੇਕਰ ਕੋਈ ਟੀਵੀ ਲੈਣਾ ਚਾਹੀਏ ਤਾਂ ਸਾਨੂੰ ਫੋਰਨ ਦਾ ਟੀਵੀ ਚਾਹੀਦਾ। ਅਸੀਂ ਦੇਸੀ ਟੀਵੀ ਜੋ ਸਾਡੇ ਇੰਡੀਆ 'ਚ ਬਣੇ ਹੋਏ ਅਸੀਂ ਉਹਨਾਂ ਨੂੰ ਪਸੰਦ ਨਹੀਂ ਕਰਦੇ। ਕਿਉਂ, ਵਾਈ? ਫਿਰ ਕੁਐਸਚਨ ਕੀਤਾ ਜਾ ਰਿਹਾ। ਕੋਈ ਸ਼ਰਟ ਲੈਣੀ ਹੈ ਸਾਨੂੰ, ਕੋਈ ਆਪਣੇ ਦੇ ਲਈ ਕੋਈ ਸਿੰਪਲ ਜਿਹੀ ਸ਼ਰਟ ਵੀ ਲੈਣੀ ਹੈ, ਤਾਂ ਵੀ ਅਸੀਂ ਕਹਿੰਦੇ ਹਾਂ ਕਿ ਨਹੀਂ, ਅਸੀਂ ਤਾਂ ਬਾਹਰਲੀ ਸ਼ਰਟ ਲਵਾਂਗੇ। ਜਿਹੜੀ ਵੀ ਸ਼ਰਟ ਜਿਹੜੀ ਲੋਕਲ ਬਣੀ ਹੋਈ ਹੈ, ਲੋਕਲ ਬ੍ਰਾਂਡ ਦੀ ਸਾਨੂੰ ਸ਼ਰਟ ਨਹੀਂ ਚਾਹੀਦੀ। ਫੋਰਨ ਟੈਕਨੋਲੋਜੀ ਦੀ ਗੱਲ ਆ ਜੀ, ਤਾਂ ਅਸੀਂ ਜ਼ਿਆਦਾ ਫੋਰਨ ਟੈਕਨੋਲੋਜੀ 'ਤੇ ਰਿਲਾਈ ਕਰਦੇ ਹਾਂ, ਉਸ 'ਤੇ ਭਰੋਸਾ ਜ਼ਿਆਦਾ ਕਰਦੇ ਹਾਂ ਕਿ ਬਾਹਰਲੀ ਟੈਕਨੋਲੋਜੀ ਜ਼ਿਆਦਾ ਵਧੀਆ ਹੁੰਦੀ ਹੈ। ਜਾਪਾਨੀ ਟੈਕਨੋਲੋਜੀ ਜ਼ਿਆਦਾ ਵਧੀਆ ਹੈ, ਅਮਰੀਕਨ ਟੈਕਨੋਲੋਜੀ ਵਧੀਆ ਹੈ, ਲੇਕਿਨ ਸਾਨੂੰ ਭਾਰਤੀ ਟੈਕਨੋਲੋਜੀ, ਭਾਰਤੀ ਤਕਨੀਕ 'ਤੇ ਕੋਈ ਭਰੋਸਾ ਨਹੀਂ। ਕਿਉਂ? ਕਹਿੰਦੇ ਕਿਉਂ? ਇਹ ਜਿਹੜਾ ਪਾਗਲਪਨ ਹੈ ਉਹ ਸਾਡੀ ਹਰ ਇੱਕ ਚੀਜ਼ ਜੋ ਨਾਲ ਜੁੜਿਆ ਹੋਇਆ ਹੈ, ਅਸੀਂ ਇਹ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਸਾਡੀ ਬਾਹਰਲੀ ਹੋਵੇ। ਅਸੀਂ ਸਾਡੇ ਦੇਸ਼ ਦੀ ਬਣੀ ਹੋਈ ਚੀਜ਼ ਕਿਉਂ ਨਹੀਂ ਪਸੰਦ ਕਰਦੇ? ਕਿਉਂ ਅਜਿਹਾ ਪਾਗਲਪਨ ਸਾਡੇ 'ਤੇ ਇਹ ਸਵਾਰ ਹੈ? ਫਿਰ ਉਹ ਇਹ ਕੁਐਸਚਨ ਫਿਰ ਕਰਦੇ ਨੇ, ਕਹਿੰਦੇ ਕਿ ਸਾਨੂੰ ਇਹ ਨਹੀਂ ਪਤਾ ਕਿ ਜਿਹੜੀ ਸੈਲਫ ਰਿਸਪੈਕਟ ਹੈ, ਜਿਹੜੀ ਸਾਡੀ ਸਾਡੀ ਆਪਣੀ ਜੋ ਆਪਣਾ ਆਦਰ ਹੈ, ਜੇ ਕੋਈ ਸਾਡਾ ਆਦਰ ਤਾਂ ਕਰੂਗਾ ਜੇਕਰ ਅਸੀਂ ਆਤਮ ਨਿਰਭਰ ਬਣੀਏ। ਇੱਥੇ ਸੈਲਫ ਰਿਲਾਇੰਸ ਦੇ ਨਾਲ ਹੀ ਬੱਚਿਓ ਸੈਲਫ ਰਿਸਪੈਕਟ ਆਉਂਦੀ ਹੈ। ਸੈਲਫ ਰਿਲਾਇੰਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਤਮ ਨਿਰਭਰ ਬਣੀਏ, ਤਾਂ ਹੀ ਸਾਡੇ ਪੂਰੇ ਸੰਸਾਰ ਦੇ ਵਿੱਚ ਸਾਡੀ ਕਦਰ ਹੋਏਗੀ, ਤਾਂ ਹੀ ਸਾਡੀ ਰਿਸਪੈਕਟ ਹੋਏਗੀ। ਜੇਕਰ ਅਸੀਂ ਬਾਹਰਲੀਆਂ ਚੀਜ਼ਾਂ ਦੇ ਨਾਲ ਹੀ ਜੁੜੇ ਰਹੇ ਤਾਂ ਸਾਨੂੰ ਕੌਣ ਜਾਣੂਗਾ। ਸਾਡੇ ਇੰਡੀਆ ਦੇ ਬ੍ਰਾਂਡਸ ਨੂੰ ਦੇਸ਼ਾਂ ਦੇ, ਬਾਹਰਲੇ ਦੇਸ਼ਾਂ 'ਚ ਕਿਵੇਂ ਜਾਣਿਆ ਜਾਊਗਾ। ਤਾਂ ਸਟੂਡੈਂਟਸ, ਅਗਲੇ ਪੈਰੇ ਦੇ ਵਿੱਚ ਰਾਈਟਰ ਆਪਣਾ ਇੱਕ ਬੀਤੀ ਸੁਣਾਉਂਦੇ ਨੇ। ਤਾਂ ਉਹ ਇਹੀ ਵਾਲਾ ਲੈਕਚਰ ਜੋ ਅਸੀਂ ਪੜ੍ਹ ਰਹੇ ਹਾਂ, ਉਹ ਹੈਦਰਾਬਾਦ ਸ਼ਹਿਰ ਦੇ ਵਿੱਚ, ਤੁਹਾਨੂੰ ਪਤਾ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈ, ਉਸ ਦੇ ਵਿੱਚ ਇਹ ਲੈਕਚਰ ਦੇ ਰਹੇ ਸੀ। ਅਤੇ ਇੱਕ 14 ਸਾਲ ਦੀ ਛੋਟੀ ਜਿਹੀ ਲੜਕੀ ਨੇ ਆਪਣੇ ਪ੍ਰੈਜ਼ੀਡੈਂਟ ਤੋਂ ਆਟੋਗ੍ਰਾਫ ਮੰਗੇ, ਅਬਦੁਲ ਕਲਾਮ ਜੀ ਤੋਂ ਆਟੋਗ੍ਰਾਫ ਮੰਗੇ ਉਹਨਾਂ ਦੇ। ਅਤੇ ਮੈंने ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਕਿ ਬੇਟਾ ਤੇਰਾ ਜ਼ਿੰਦਗੀ 'ਚ ਕੀ ਟੀਚਾ ਹੈ, ਤੇਰਾ ਕੀ ਗੋਲ ਹੈ, ਤੂੰ ਕੀ ਬਣਨਾ ਚਾਹੁੰਦੀ ਹੈ। ਤਾਂ ਉਸਨੇ ਆਨਸਰ ਦਿੱਤਾ, ਕਹਿੰਦੀ ਮੈਂ ਇੱਕ ਡਿਵੈਲਪਡ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀ ਹਾਂ। ਮਤਲਬ ਇਹ ਲੈਕਚਰ ਤੋਂ ਬਾਅਦ ਸ਼ਾਇਦ ਲੜਕੀ ਉਹਨਾਂ ਕੋਲ ਆਈ ਸੀ, ਅਤੇ ਉਹ ਬਹੁਤ ਜ਼ਿਆਦਾ ਇੰਪ੍ਰੈਸ ਹੋਈ ਹੋਣੀ, ਕਿਉਂਕਿ ਸੇਮ ਲੈਕਚਰ ਸੀਗਾ, ਉਹਦੇ ਵਿੱਚ ਵੀ ਰਾਈਟਰ ਨੇ ਅਬਦੁਲ ਕਲਾਮ ਜੀ ਨੇ ਡਿਵੈਲਪਡ ਨੇਸ਼ਨ ਇੰਡੀਆ ਦੀ ਗੱਲ ਕੀਤੀ ਸੀ। ਤਾਂ ਉਹ ਇੰਨੀ ਇੰਪ੍ਰੈਸ ਹੋ ਕੇ ਉਹਨੇ ਇਹੀ ਕਿਹਾ ਕਿ ਮੈਂ ਡਿਵੈਲਪਡ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀ ਹਾਂ। ਹੁਣ ਕਲਾਮ ਜੀ ਕਹਿੰਦੇ ਨੇ, ਕਹਿੰਦੇ ਉਹਦੇ ਲਈ, ਉਸ ਲੜਕੀ ਦੇ ਲਈ, ਤੁਹਾਡੇ ਲਈ ਅਤੇ ਮੇਰੇ ਲਈ ਸਾਨੂੰ ਡਿਵੈਲਪਡ ਇੰਡੀਆ, ਵਿਕਸਿਤ ਦੇਸ਼ ਨੂੰ ਬਿਲਡ ਕਰਨਾ ਪਏਗਾ, ਸਾਨੂੰ ਬਣਾਉਣਾ ਪਏਗਾ। ਕਹਿੰਦੇ ਤੁਹਾਨੂੰ ਇਹ ਘੋਸ਼ਣਾ ਕਰਨੀ ਚਾਹੀਦੀ ਹੈ। ਪ੍ਰੋਕਲੇਮ ਦਾ ਮਤਲਬ ਹੁੰਦਾ ਹੈ ਘੋਸ਼ਣਾ ਕਰਨਾ, ਕਿ ਸਾਡਾ ਜਿਹੜਾ ਭਾਰਤ ਦੇਸ਼ ਹੈ ਇਹ ਅੰਡਰ ਡਿਵੈਲਪਡ ਨੇਸ਼ਨ ਨਹੀਂ ਹੈ, ਇਹ ਅਵਿਕਸਿਤ ਦੇਸ਼ ਨਹੀਂ ਹੈ। ਇਟ ਇਜ਼ ਅ ਹਾਈਲੀ ਡਿਵੈਲਪਡ ਨੇਸ਼ਨ। ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਦੇਸ਼ ਹੈ ਇਹ ਡਿਵੈਲਪ ਨੇਸ਼ਨ ਹੈ, ਵਿਕਸਿਤ ਦੇਸ਼ ਹੈ, ਜੋ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ। ਦੇਖੋ ਹੁਣ ਤੱਕ ਉਹਨਾਂ ਨੇ ਇਹੀ ਗੱਲਾਂ ਕਹੀਆਂ ਨੇ ਨਾ। ਕਹਿੰਦੇ ਜੇ ਤੁਹਾਡੇ ਕੋਲੇ 10 ਮਿੰਟਸ ਹੋਣ, ਜੇ 10 ਮਿੰਟ ਹੈਗੇ ਆ ਤੁਹਾਡੇ ਕੋਲੇ, ਕਿਉਂਕਿ ਉਹ ਲੈਕਚਰ ਦੇ ਰਹੇ ਨੇ ਸਟੂਡੈਂਟਸ ਨੂੰ, ਸਟੂਡੈਂਟਸ ਉਹਨਾਂ ਦੇ ਸਾਹਮਣੇ ਬੈਠੇ ਨੇ, ਉਹਨਾਂ ਨੂੰ ਐਡਰੈਸ ਕਰ ਰਹੇ ਨੇ। ਕਹਿੰਦੇ ਜੇਕਰ ਤੁਹਾਡੇ ਕੋਲ 10 ਮਿੰਟ ਹੋਣ ਤਾਂ ਮੈਨੂੰ ਇਜਾਜ਼ਤ ਦਿਓ ਕਿ ਮੈਂ ਪੂਰੀ ਐਨਰਜੀ ਦੇ ਨਾਲ, ਵਿਦ ਅ ਵੈਂਜੈਂਸ,
ਵਿਦਾ ਵੈਂਜੈਂਸ ਬੱਚਿਓ ਇੱਕ ਫਰੇਜ਼ ਹੈ ਜਿਹਦਾ ਮਤਲਬ ਹੁੰਦਾ ਹੈ ਵਿਦ ਫੁੱਲ ਐਨਰਜੀ, ਪੂਰੀ ਐਨਰਜੀ ਦੇ ਨਾਲ, ਪੂਰੀ ਜੋਸ਼ ਦੇ ਨਾਲ ਮੈਂ ਤੁਹਾਨੂੰ ਕੁਝ ਗੱਲਾਂ ਦੱਸਾਂ। ਰਾਈਟਰ ਕਹਿੰਦੇ ਆਪਣੇ ਜਿਹੜੇ ਤੁਸੀਂ ਇਹ 10 ਮਿੰਟ ਨੇ ਇਹ ਆਪਣੇ ਦੇਸ਼ ਲਈ ਤੁਸੀਂ ਦੇਣੇ ਨੇ, ਅਤੇ ਇਸ ਨੂੰ ਪੜ੍ਹੋ, ਇਹਨਾਂ ਚੀਜ਼ਾਂ ਨੂੰ ਜੋ ਮੈਂ ਅੱਗੇ ਕਹਿ ਰਿਹਾ। ਹੁਣ ਉਹ ਕਹਿੰਦੇ ਤੁਸੀਂ ਇਹ ਕਹਿੰਦੇ ਰਹਿੰਦੇ ਹੋ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਨਿਕੰਮੀ ਹੈ, ਇਨਐਫੀਸ਼ੀਐਂਟ, ਕਿ ਕੋਈ ਕੰਮ ਨਹੀਂ ਕਰਦੀ, ਦੇਸ਼ ਦਾ ਬੇੜਾ ਗਰਕ ਕਰਤਾ। ਅਸੀਂ ਆਮ ਕਹਿ ਦਿੰਦੇ ਹਾਂ ਗੱਲਾਂ ਸਰਕਾਰ ਦੇ ਬਾਰੇ। ਹੁਣ ਅਸੀਂ ਇਹ ਵੀ ਕਹਿ ਦਿੰਦੇ ਹਾਂ, ਕਹਿੰਦੇ ਇਹ ਜਿਹੜੇ ਸਾਡੇ ਕਾਨੂੰਨ ਨੇ ਇਹ ਬੜੇ ਪੁਰਾਣੇ ਹੋ ਗਏ, ਇਹਦਾ ਕੋਈ ਫਾਇਦਾ ਨਹੀਂ, ਨਵੇਂ ਕਾਨੂੰਨ ਹੋਣੇ ਚਾਹੀਦੇ ਨੇ ਤਾਂ ਦੇਸ਼ ਚੱਲੂਗਾ, ਇਹ ਗੱਲਾਂ ਕਹਿ ਦਿੰਦੇ ਹਾਂ ਅਸੀਂ। ਫਿਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜੀ ਸਾਡੀ ਮਿਊਨਿਸਪੈਲਿਟੀ ਹੈ, ਜੋ ਸਾਡੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਮਿਊਨਿਸਪੈਲਿਟੀ, ਉਹ ਇਹ ਕੂੜਾ ਕਰਕਟ ਦਾ ਕੋਈ ਨਿਪਟਾਰਾ ਨਹੀਂ ਕਰਦੀ, ਇਹਨੂੰ ਨਹੀਂ ਚੱਕਦੀ, ਪਏ ਰਹਿੰਦੇ ਨੇ ਗਲੀਆਂ 'ਚ ਇਹ ਕੂੜਾ ਕਰਕਟ ਪਿਆ ਰਹਿੰਦਾ ਹੈ, ਕੋਈ ਕੰਮ ਨਹੀਂ ਕਰਦੀ। ਸਾਡੀ ਨਗਰ ਪਾਲਿਕਾ ਬੜੀ ਨਿਕੰਮੀ ਹੈ, ਉਹਨੂੰ ਵੀ ਅਸੀਂ ਇਹ ਸੌ ਗੱਲਾਂ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਜੀ ਕਿ ਭਾਰਤ 'ਚ ਤਾਂ ਮੋਬਾਇਲ ਫੋਨਸ ਹੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਜੀ। ਜਿਹੜੀ ਸਾਡੀ ਰੇਲਵੇ ਹੈ, ਇੰਡੀਅਨ ਰੇਲਵੇ ਹੈ, ਉਹ ਤਾਂ ਇੱਕ ਮਜ਼ਾਕ ਹੈ। ਤੇ ਸਾਡੀ ਇੰਡੀਅਨ ਏਅਰਲਾਈਨ ਦੁਨੀਆ ਦੀ ਸਭ ਤੋਂ ਭੈੜੀ ਏਅਰਲਾਈਨ ਹੈ। ਮਤਲਬ ਅਸੀਂ ਹਰ ਤਰੀਕੇ ਨਾਲ ਭਾਰਤੀ ਜਿਹੜੀ ਸਾਡੇ ਭਾਰਤੀ ਅਦਾਰੇ ਆ ਉਹਨਾਂ ਨੂੰ ਅਸੀਂ ਕੋਸਦੇ ਹਾਂ। ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਡੀਆਂ ਜਿਹੜੀਆਂ ਭਾਰਤ ਦੇ ਵਿੱਚ ਚਿੱਠੀਆਂ ਨੇ ਇੰਡੀਅਨ ਪੋਸਟ ਆਫਿਸ ਦੀਆਂ, ਉਹ ਆਪਣੇ ਮੁਕਾਮ ਤੱਕ ਪਹੁੰਚਦੀਆਂ ਹੀ ਨਹੀਂ, ਆਪਣੇ ਟੀਚੇ ਤੱਕ ਪਹੁੰਚਦੀਆਂ ਹੀ ਨਹੀਂ ਜਿੱਥੇ ਉਹਨਾਂ ਨੂੰ ਜਾਣਾ ਹੁੰਦਾ। ਇਸ ਤਰ੍ਹਾਂ ਅਸੀਂ ਉਹਦੇ ਬਾਰੇ ਵੀ ਮਾੜੇ ਬੋਲ ਬੋਲਦੇ ਹਾਂ। ਅਤੇ ਅਸੀਂ ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਦੇਸ਼ ਹੈ ਉਹ ਤਾਂ ਇੱਕ ਤਰ੍ਹਾਂ ਨਾਲ ਡੌਗਸ ਦੇ ਅੱਗੇ ਸੁੱਟਿਆ ਹੋਇਆ ਹੈ ਤੇ ਬਿਲਕੁਲ ਗਰਤ 'ਚ ਚਲਾ ਗਿਆ ਉਹ। ਤਾਂ ਰਾਈਟਰ ਕਹਿੰਦਾ ਹੈ ਕਿ ਅਸੀਂ ਇਹ ਸਾਰੀਆਂ ਗੱਲਾਂ ਕਹਿੰਦੇ ਰਹਿੰਦੇ ਹਾਂ, ਕਹਿੰਦੇ ਰਹਿੰਦੇ ਹਾਂ, ਕਹਿੰਦੇ ਰਹਿੰਦੇ ਹਾਂ, ਆਪਣੇ ਦੇਸ਼ ਨੂੰ ਮਾੜਾ ਕਹਿੰਦੇ ਰਹਿੰਦੇ ਹਾਂ। ਵਟ ਡੂ ਯੂ ਡੂ ਅਬਾਊਟ ਇਟ? ਕਹਿੰਦੇ ਅਸੀਂ ਇਹ ਆਪਣੇ ਦੇਸ਼ ਲਈ ਕਰਦੇ ਕੀ ਹੈ? ਸਿਰਫ ਗੱਲਾਂ ਹੀ ਕਰਦੇ ਹਾਂ, ਕੁਝ ਕਰ ਨਹੀਂ ਸਕਦੇ। ਤਾਂ ਹੁਣ ਇਸ ਗੱਲ ਨੂੰ ਸਮਝਾਉਣ ਦੇ ਲਈ ਰਾਈਟਰ ਇੱਕ ਸਾਨੂੰ ਐਗਜ਼ਾਮਪਲ ਦੇ ਤੌਰ ਤੇ ਇੱਕ ਕਹਾਣੀ ਜੀ ਬਣਾ ਕੇ ਪੇਸ਼ ਕਰਦਾ ਹੈ। ਕਹਿੰਦੇ ਮੰਨ ਲਓ ਇੱਕ ਪਰਸਨ ਹੈ, ਉਹ ਸਿੰਗਾਪੁਰ ਦੇਸ਼ ਵੱਲ ਜਾ ਰਿਹਾ ਹੈ। ਤੁਹਾਨੂੰ ਪਤਾ ਸਿੰਗਾਪੁਰ ਬੱਚੋ ਇੱਕ ਬਹੁਤ ਹੀ ਖੂਬਸੂਰਤ ਕੰਟਰੀ ਹੈ। ਉਸਨੇ ਰਾਈਟਰ ਨੇ ਕਿਹਾ, ਕਹਿੰਦੇ ਚਲੋ ਆਪਾਂ ਉਸ ਯਾਤਰੀ ਨੂੰ ਇੱਕ ਨਾਮ ਦੇ ਦਿੰਦੇ ਹਾਂ, ਤੁਹਾਡਾ ਨਾਮ ਦੇ ਦਿੰਦੇ ਹਾਂ। ਮਤਲਬ ਉਹ ਸਾਨੂੰ ਕਹਿ ਰਹੇ ਹੈ ਕਿ ਸਾਡੇ ਚੋਂ ਕੋਈ ਵੀ ਉਹ ਹੋ ਸਕਦਾ ਹੈ, ਤੇ ਉਸ ਨੂੰ ਆਪਾਂ ਇੱਕ ਫੇਸ ਦੇ ਦਿੰਦੇ ਹਾਂ। ਕਿਹਦਾ? ਨੈਚੁਰਲੀ ਸਾਡਾ ਹੀ, ਜੋ ਅਸੀਂ ਮੰਨਿਆ। ਹੁਣ ਕਹਿੰਦੇ ਅਸੀਂ ਸਿੰਗਾਪੁਰ ਦੇ 에ਅਰਪੋਰਟ ਤੋਂ ਬਾਹਰ ਨਿਕਲਦੇ ਹਾਂ ਐਂਡ ਯੂ ਆਰ ਐਟ ਯੂਅਰ ਇੰਟਰਨੈਸ਼ਨਲ ਬੈਸਟ, ਅਤੇ ਫਿਰ ਸਾਡੀ ਇੱਕ ਜਿਹੜੀ ਪਛਾਣ ਹੈ ਜਾਂ ਛਵੀ ਹੈ ਸਾਡੀ, ਉਹ ਇੰਟਰਨੈਸ਼ਨਲ ਵਾਲੀ ਬਣ ਜਾਂਦੀ ਹੈ ਕਿ ਅਸੀਂ ਅੰਤਰਰਾਸ਼ਟਰੀ ਪਰਸਨ ਬਣ ਜਾਂਦੇ ਹਾਂ। ਹੁਣ ਅਸੀਂ ਭਾਰਤੀ ਨਹੀਂ ਰਹੇ, ਹੁਣ ਅਸੀਂ ਸਿੰਗਾਪੁਰ 'ਚ ਆ ਗਏ, ਅਸੀਂ ਅੰਤਰਰਾਸ਼ਟਰੀ ਬਣ ਗਏ, ਚੇਂਜ ਹੋ ਗਏ। ਉਹ ਚੇਂਜ ਸਾਡੇ 'ਚ ਕਿਵੇਂ ਆ ਜਾਂਦਾ, ਉਹ ਅਗਲੀਆਂ ਗੱਲਾਂ ਸਾਨੂੰ ਪਤਾ ਲੱਗਦਾ। ਕਹਿੰਦੇ ਸਿੰਗਾਪੁਰ ਦੇ ਵਿੱਚ ਜਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੂੜ ਕਬਾੜ, ਗੰਦ ਵਗੈਰਾ ਉਸ ਦੀਆਂ ਰੋਡਸ 'ਤੇ ਨਹੀਂ ਸੁੱਟਦੇ, ਜਿਵੇਂ ਅਸੀਂ ਭਾਰਤ 'ਚ ਤਾਂ ਸੁੱਟੀ ਜਾਂਦੇ ਹਾਂ। ਪਰ ਜਦੋਂ ਇੱਕ ਵਾਰੀ ਅਸੀਂ ਸਿੰਗਾਪੁਰ ਚਲੇ ਗਏ, ਹੁਣ ਅਸੀਂ ਉੱਥੇ ਇੰਟਰਨੈਸ਼ਨਲ ਫੇਸ ਬਣ ਗਏ, ਅਤੇ ਹੁਣ ਅਸੀਂ ਬਹੁਤ ਸਿਆਣੇ ਬਣ ਗਏ, ਉੱਥੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਗੰਦ ਨਹੀਂ ਪਾਉਂਦੇ। ਅਤੇ ਈਵਨ ਕਿ ਅਸੀਂ ਜੇ ਸਿੰਗਾਪੁਰ ਦੇ ਸਟੋਰਸ ਦੇ ਵਿੱਚ ਅਸੀਂ ਕੋਈ ਸ਼ਾਪਿੰਗ ਕਰਨ ਜਾਈਏ ਤਾਂ ਅਸੀਂ ਉੱਥੇ ਖਾਣਾ ਵਗੈਰਾ ਵੀ ਕੁਛ ਨਹੀਂ ਖਾਂਦੇ, ਪਰ ਭਾਰਤ 'ਚ ਅਸੀਂ ਪਰਵਾਹ ਨਹੀਂ ਕਰਦੇ। ਹੁਣ ਤੁਸੀਂ ਉੱਥੇ ਜਾ ਕੇ ਅੰਡਰਗਰਾਊਂਡ ਜਿਹੜੀਆਂ ਉਹਨਾਂ ਦੀਆਂ ਰੋਡਸ ਨੇ ਜੋ ਆਪਸ 'ਚ ਲਿੰਕਡ ਨੇ, ਉੱਥੇ ਘੁੰਮਦੇ ਹੋ ਅਤੇ ਆਪਣੇ ਆਪ 'ਤੇ ਪ੍ਰਾਊਡ ਫੀਲ ਕਰਦੇ ਹੋ, ਮਤਲਬ ਤੁਹਾਨੂੰ ਮਾਣ ਮਹਿਸੂਸ ਕਰਦੇ ਹੋ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਸਿੰਗਾਪੁਰ 'ਚ ਰਹਿਣ ਵਾਲੇ ਲੋਕ ਮਹਿਸੂਸ ਕਰਦੇ ਨੇ। ਹੁਣ ਸਿੰਗਾਪੁਰ ਦੇ ਇੱਕ ਔਰਚਰਡ ਰੋਡ ਹੈ, ਜੋ ਕਿ ਬਹੁਤ ਹੀ ਫੇਮਸ ਰੋਡ ਹੈ, ਬੜੀ ਹੀ ਖੂਬਸੂਰਤ ਰੋਡ ਹੈ ਉਹ। ਉੱਥੇ ਹੁਣ ਤੁਸੀਂ ਡਰਾਈਵ ਕਰਨ ਜਾਂਦੇ ਹੋ ਅਤੇ ਉਹਦੇ ਲਈ $5 ਹੱਸ ਕੇ ਪੇ ਕਰਦੇ ਹੋ। ਬਿਲਕੁਲ ਉਸੇ ਤਰ੍ਹਾਂ ਦੀ ਰੋਡ ਬੰਬੇ ਦੇ ਵਿੱਚ ਵੀ ਹੈ, ਮਾਹਿਮ ਕੌਜ਼ਵੇ ਅਤੇ ਪੈਡਰ ਰੋਡ ਵੀ ਕਿਹਾ ਜਾਂਦਾ ਹੈ ਇਸ ਨੂੰ। ਬਿਲਕੁਲ ਉਸੇ ਤਰ੍ਹਾਂ ਦੀ ਹੈ, ਲੇਕਿਨ ਉੱਥੇ ਤੁਸੀਂ ਕਿਸੇ ਤਰ੍ਹਾਂ ਦਾ ਪੇ ਨਹੀਂ ਕਰਨਾ ਚਾਹੁੰਦੇ। ਇਹ 5 ਵਜੇ ਤੋਂ ਲੈ ਕੇ 8 ਵਜੇ ਦੇ ਵਿਚਕਾਰ ਇਹ, ਜੇ ਤੁਸੀਂ ਇਹਨਾਂ ਰੂਟ 'ਤੇ ਔਰਚਰ ਰੋਡ 'ਤੇ ਜਾਣਾ ਚਾਹੋ ਤਾਂ ਤੁਹਾਨੂੰ $5 ਪੇ ਕਰਨੇ ਪੈਂਦੇ ਆ, ਤਾਂ ਤੁਸੀਂ ਉਸ ਰੋਡ ਦੀ ਬਿਊਟੀ ਇੰਜੋਏ ਕਰ ਸਕਦੇ ਹੋ। ਰਾਈਟਰ ਕਹਿੰਦੇ ਮੰਨ ਲਓ ਸਿੰਗਾਪੁਰ ਦੇ ਕਿਸੇ ਰੈਸਟੋਰਾਂਟ 'ਚ ਜਾਂ ਸ਼ਾਪਿੰਗ ਮਾਲ 'ਚ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ, ਅਸੀਂ ਓਵਰਸਟੇ ਕਰ ਲਈ ਉੱਥੇ, ਅਤੇ ਫਿਰ ਅਸੀਂ ਵਾਪਸ ਪਾਰਕਿੰਗ 'ਚ ਆਏ ਜਿੱਥੇ ਸਾਡੀ ਗੱਡੀ ਖੜ੍ਹੀ ਹੈ, ਅਤੇ ਉੱਥੇ ਜਾ ਕੇ ਅਸੀਂ ਪਾਰਕਿੰਗ ਟਿਕਟ ਅਸੀਂ ਦੁਬਾਰਾ ਲੈ ਲੈਂਦੇ ਹਾਂ, ਪੰਚ ਦੁਬਾਰਾ ਕਰਦੇ ਹਾਂ, ਕਿਉਂਕਿ ਅਸੀਂ ਓਵਰਸਟੇ ਕੀਤਾ। ਸਾਡਾ ਟਾਈਮ ਜਿੰਨਾ ਸੀ 2 ਘੰਟੇ ਜਾਂ ਘੰਟਾ, ਜਿੰਨਾ ਵੀ ਸਪੈਸੀਫਾਈਡ ਟਾਈਮ ਹੁੰਦਾ ਸੀ, ਉਸ ਤੋਂ ਜ਼ਿਆਦਾ ਟਾਈਮ ਲੈ ਲਿਆ, ਤਾਂ ਅਸੀਂ ਹੱਸ ਕੇ ਉੱਥੇ ਪੇਮੈਂਟ ਕਰ ਦਿੰਦੇ ਹਾਂ ਕਿ ਸਾਡੀ ਪਾਰਕਿੰਗ ਨੂੰ ਜ਼ਿਆਦਾ ਟਾਈਮ ਹੋ ਗਿਆ, ਅਸੀਂ ਪੈਸੇ ਦੇ ਦਿੰਦੇ ਹਾਂ। ਅਤੇ ਉਸ ਟਾਈਮ ਸਾਡਾ ਕੋਈ ਸਟੇਟਸ ਨਹੀਂ ਹੁੰਦਾ ਉੱਥੇ, ਕਿਸੇ ਤਰ੍ਹਾਂ ਦੀ ਸਟੇਟਸ ਆਈਡੈਂਟਿਟੀ ਦਾ ਰੌਲਾ ਨਹੀਂ ਹੁੰਦਾ ਕਿ ਕਿਸੇ ਵੀ ਪੱਧਰ ਦਾ ਬੰਦਾ ਹੋ ਸਕਦਾ, ਉਹ ਸਾਰੇ ਪੇਮੈਂਟ ਕਰਦੇ ਹੈ।
ਹੁਣ ਬੱਚਿਓ ਇਹੀ ਕੰਡੀਸ਼ਨ ਅਸੀਂ ਜੇ ਇੰਡੀਆ 'ਚ ਲੈ ਲਈਏ ਤਾਂ ਅਸੀਂ ਕਈ ਵਾਰੀ ਜਾ ਕੇ ਪਾਰਕਿੰਗ ਵਾਲੇ ਨਾਲ ਲੜ ਪੈਂਦੇ ਹਾਂ ਵੀ ਯਾਰ 10 ਮਿੰਟ ਹੀ ਹੋਏ ਨੇ 15 ਮਿੰਟ ਹੀ ਹੋਏ ਨੇ ਫਿਰ ਕੀ ਹੋ ਗਿਆ ਅਸੀਂ ਦੁਬਾਰਾ ਟਿਕਟ ਨਹੀਂ ਲੈਣਾ ਚਾਹੁੰਦੇ। ਤਾਂ ਕੁਐਸਚਨ ਫਿਰ ਅਰਾਈਜ਼ ਹੁੰਦਾ ਇੱਥੇ ਕਹਿੰਦੇ ਸਿੰਗਾਪੁਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਨਹੀਂ ਕਹਿੰਦੇ? ਕਹਿੰਦੇ ਹੋ? ਨਹੀਂ ਕਹਿੰਦੇ। ਭਾਰਤ ਦੇ ਵਿੱਚ ਕਹਿੰਦੇ ਆ। ਫਿਰ ਭਾਰਤ ਦੇ ਵਿੱਚ ਕਿਉਂ ਕਹਿੰਦੇ ਹੋ? ਤਾਂ ਸਾਡੀ ਦੇਖੋ ਡਬਲ ਆਈਡੈਂਟੀਟੀ ਹੋ ਗਈ। ਸਿੰਗਾਪੁਰ ਜਾ ਕੇ ਅਸੀਂ ਕੁਝ ਹੋਰ ਹੈ, ਭਾਰਤ 'ਚ ਰਹਿੰਦੇ ਅਸੀਂ ਕੁਝ ਹੋਰ ਹੈ। ਤਾਂ ਰਾਈਟਰ ਇਹਨਾਂ ਗੱਲਾਂ ਵੱਲ ਇਸ਼ਾਰਾ ਕਰਨਾ ਚਾਹੁੰਦਾ। ਸਟੂਡੈਂਟਸ ਐਸੇ ਦੀਆਂ ਅਗਲੀਆਂ ਲਾਈਨਸ ਦੇ ਵਿੱਚ ਰਾਈਟਰ ਬਹੁਤ ਸਾਰੇ ਦੇਸ਼ਾਂ ਦੀ ਅਤੇ ਉਹਨਾਂ ਦੇ ਜਿਹੜੇ ਸ਼ਹਿਰ ਨੇ ਐਗਜ਼ਾਮਪਲ ਲੈਂਦੇ, ਜਿਵੇਂ ਉਹਨੇ ਪਹਿਲਾਂ ਸਿੰਗਾਪੁਰ ਦੀ ਐਗਜ਼ਾਮਪਲ ਲਈ ਹੈ। ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੜੇ ਹੀ ਸਿਆਣੇ ਬਣ ਕੇ ਰਹਿੰਦੇ ਹਾਂ। ਉੱਥੇ ਦੇ ਰੂਲਸ ਐਂਡ ਰੈਗੂਲੇਸ਼ਨਸ ਬੜੇ ਹੀ ਮਨੋਂ ਫੋਲੋ ਕਰਦੇ ਹਾਂ। ਹਾਲਾਂਕਿ ਸਾਡਾ ਵਤੀਰਾ ਇਸ ਤਰ੍ਹਾਂ ਦਾ ਸਾਡੇ ਭਾਰਤ ਵਿੱਚ ਰਹਿੰਦੇ ਹੋਏ ਨਹੀਂ ਹੁੰਦਾ। ਤਾਂ ਸਭ ਤੋਂ ਪਹਿਲਾਂ ਰਾਈਟਰ ਦੁਬਈ ਦੀ ਐਗਜ਼ਾਮਪਲ ਲੈਂਦੇ ਹੈ। ਦੁਬਈ ਦੇ ਵਿੱਚ ਬੱਚਿਓ ਤੁਹਾਨੂੰ ਪਤਾ ਹੈ ਕਿ ਜਦੋਂ ਰਮਦਾਨ ਦਾ ਮਹੀਨਾ ਚੱਲ ਰਿਹਾ ਹੁੰਦਾ, ਜਿਸ ਨੂੰ ਅਸੀਂ ਆਮ ਭਾਸ਼ਾ 'ਚ ਰਮਜ਼ਾਨ ਕਹਿੰਦੇ ਹਾਂ, ਤਾਂ ਉਹਨਾਂ ਦਿਨਾਂ ਦੇ ਵਿੱਚ ਪਬਲਿਕਲੀ ਕੋਈ ਵੀ ਨਹੀਂ ਖਾਂਦਾ, ਕਿਉਂਕਿ ਰੋਜ਼ੇ ਰੱਖੇ ਜਾਂਦੇ ਨੇ। ਤਾਂ ਮਤਲਬ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂ ਹੋਰ ਮਾਲਸ ਦੇ ਵਗੈਰਾ ਵਿੱਚ ਤੁਸੀਂ ਖਾ ਨਹੀਂ ਸਕਦੇ। ਤਾਂ ਇੱਥੇ ਹੀ ਕਿਹਾ ਰਾਈਟਰ ਨੇ ਕਿ ਯੂ ਵੁਡ ਨਾਟ ਡੇਅਰ, ਤੁਸੀਂ ਹਿੰਮਤ ਨਹੀਂ ਕਰ ਸਕਦੇ ਕਿ ਰਮਦਾਨ ਦੇ ਮਹੀਨੇ ਦੇ ਵਿੱਚ ਤੁਸੀਂ ਪਬਲਿਕਲੀ ਖਾ ਸਕੋ। ਇਸੇ ਤਰ੍ਹਾਂ ਇੱਕ ਹੋਰ ਸ਼ਹਿਰ ਹੈ ਬੱਚਿਓ, ਇਹ ਸਾਊਦੀ ਅਰੇਬੀਆ ਦੇ ਵਿੱਚ ਹੈ, ਜੈਦਾ। ਤਾਂ ਇਹਦੇ ਵਿੱਚ ਤੁਸੀਂ ਬਿਨਾਂ ਆਪਣਾ ਸਿਰ ਢਕੇ ਬਾਹਰ ਜਾ ਹੀ ਨਹੀਂ ਸਕਦੇ। ਯੂ ਵੁਡ ਨਾਟ ਡੇਅਰ, ਮਤਲਬ ਉੱਥੇ ਇਹ ਮਨਾਹੀ ਹੈ, ਬਿਨਾਂ ਸਿਰ ਢਕੇ ਤੁਸੀਂ ਸ਼ਹਿਰ 'ਚ ਜਾ ਹੀ ਨਹੀਂ ਸਕਦੇ। ਹਾਲਾਂਕਿ ਬਹੁਤ ਹੀ ਸੁੰਦਰ ਸਿਟੀ ਹੈ, ਬਟ ਉੱਥੇ ਦਾ ਲਾਅ ਹੈ ਅਤੇ ਸਾਰੇ ਅਸੀਂ ਜਾ ਕੇ ਉੱਥੇ ਮੰਨਦੇ ਹਾਂ। ਇਸੇ ਤਰ੍ਹਾਂ ਰਾਈਟਰ ਇੰਗਲੈਂਡ ਦੀ ਰਾਜਧਾਨੀ ਲੰਡਨ ਸਿਟੀ ਦੀ ਐਗਜ਼ਾਮਪਲ ਲੈਂਦਾ ਹੈ। ਕਹਿੰਦੇ ਉੱਥੇ ਤੁਸੀਂ ਟੈਲੀਫੋਨ ਐਕਸਚੇਂਜ ਦੇ ਕਿਸੇ ਵੀ ਕਰਮਚਾਰੀ ਇੰਪਲਾਈ ਨੂੰ ਤੁਸੀਂ ਖਰੀਦ ਨਹੀਂ ਸਕਦੇ 10 ਪਾਊਂਡਸ ਦੇ ਨਾਲ, ਕਿ ਤੁਸੀਂ ਖਰੀਦਣਾ ਚਾਹੋ ਕਿ ਜਿਹੜਾ ਮੇਰਾ ਇਸ ਵਾਰੀ ਦਾ ਜਿਹੜਾ ਬਿੱਲ ਆਇਆ ਉਹਦੇ ਜਿਹੜੀਆਂ STD ਕਾਲਸ ਜਾਂ ISD ਕਾਲਸ ਹੋਈਆਂ ਨੇ ਉਹ ਕਿਸੇ ਹੋਰ ਬਿੱਲ 'ਚ ਚਲੀਆਂ ਜਾਣ। ਮਤਲਬ ਇਸ ਤਰ੍ਹਾਂ ਦਾ ਕੰਮ ਤੁਸੀਂ ਲੰਡਨ ਦੇ ਵਿੱਚ ਸੋਚ ਨਹੀਂ ਸਕਦੇ ਕਿ ਤੁਸੀਂ ਉੱਥੇ ਦੇ ਇੰਪਲਾਈ ਨੂੰ ਖਰੀਦ ਸਕੋ। STD ਕਾਲ ਤੁਹਾਨੂੰ ਪਤਾ ਬੱਚੋ, ਜਦੋਂ ਅਸੀਂ ਆਪਣੇ ਪੰਜਾਬ ਤੋਂ ਬਾਹਰ ਕਾਲ ਕਰਦੇ ਹਾਂ STD ਕਾਲਸ ਹੁੰਦੀਆਂ। ISD ਕਾਲਸ ਹੁੰਦੀਆਂ ਜਦੋਂ ਅਸੀਂ ਆਪਣੇ ਦੇਸ਼ ਤੋਂ ਬਾਹਰ ਕਾਲ ਕਰਦੇ ਹਾਂ, ਤਾਂ ਕਾਫੀ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ। ਸਟੂਡੈਂਟਸ ਰਾਈਟਰ ਅਗਲੀ ਐਗਜ਼ਾਮਪਲ ਵਾਸ਼ਿੰਗਟਨ ਸਿਟੀ ਦੀ ਲੈਂਦੇ ਨੇ। ਤੁਹਾਨੂੰ ਪਤਾ ਹੈ USA ਦੀ ਕੈਪੀਟਲ ਹੈ। ਕਹਿੰਦੇ ਤੁਸੀਂ ਇਸ ਸ਼ਹਿਰ ਦੇ ਵਿੱਚ 55 ਮੀਲ ਪ੍ਰਤੀ ਘੰਟਾ ਜਾਂ 88 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੋਂ ਜ਼ਿਆਦਾ ਤੁਸੀਂ ਡਰਾਈਵ ਨਹੀਂ ਕਰ ਸਕਦੇ, ਤੁਸੀਂ ਗੱਡੀ ਨਹੀਂ ਚਲਾ ਸਕਦੇ। ਇਹ ਸਪੀਡ ਲਿਮਿਟ ਹੈ। ਅਤੇ ਜੇ ਤੁਸੀਂ ਚਲਾ ਲਈ ਤਾਂ ਫਿਰ ਜੇ ਮੰਨ ਲਓ ਤੁਹਾਨੂੰ ਕੋਈ ਟ੍ਰੈਫਿਕ ਦਾ ਕੋਈ ਪੁਲਿਸ ਵਾਲਾ ਆ ਕੇ ਪਕੜਦਾ ਹੈ, ਤਾਂ ਫਿਰ ਤੁਸੀਂ ਉਸ ਨੂੰ ਇਹ ਨਹੀਂ ਕਹਿ ਸਕਦੇ ਕਿ ਜਾਣਤਾ ਹੈ ਮੈਂ ਕੌਣ ਹੂੰ, ਡੂ ਯੂ ਨੋ ਹੂ ਆਈ ਐਮ। ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਉਹ ਫਲਾਣੇ ਫਲਾਣੇ ਦਾ ਮੁੰਡਾ। ਆ ਲੈ 2 ਬਕਸ ਚੱਕ ਅਤੇ ਭੱਜ ਜਾ। ਨਾ ਇੱਥੇ ਜਿਹੜਾ ਬਕਸ ਹੈ ਬੱਚਿਓ ਤੁਹਾਨੂੰ ਪਤਾ ਹੈ ਇਹ $1 ਨੂੰ ਕਿਹਾ ਜਾਂਦਾ। ਈਵਨ ਕਿ ਸਾਡੇ ਭਾਰਤ ਦੇ ਵਿੱਚ ਵੀ ਅੱਜ ਕੱਲ੍ਹ ਇਹ ਟਰਮ ਯੂਜ਼ ਹੋਣ ਲੱਗ ਗਈ, $1 ਨੂੰ ਬਕ ਕਿਹਾ ਜਾਂਦਾ। ਰਾਈਟਰ ਆਪਣੀ ਅਗਲੀ ਐਗਜ਼ਾਮਪਲ ਬੱਚਿਓ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇਸ਼ਾਂ ਦੇ ਬੀਚਿਸ ਦੀ ਲੈਂਦਾ ਹੈ। ਤੁਹਾਨੂੰ ਪਤਾ ਹੈ ਇਹ ਦੋਨੇ ਦੇਸ਼ ਆਪਣੇ ਖੂਬਸੂਰਤ ਬੀਚਿਸ ਦੇ ਲਈ ਬਹੁਤ ਜ਼ਿਆਦਾ ਪ੍ਰਸਿੱਧ ਨੇ। ਤਾਂ ਉਹ ਕਹਿੰਦਾ ਕਿ ਤੁਸੀਂ ਇਹਨਾਂ ਦੇ ਬੀਚਿਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਕੋਨਟ ਸ਼ੈਲ, ਨਾਰੀਅਲ ਦਾ ਛਿਲਕਾ, ਖਾਲੀ ਆਪਾਂ ਚਲੋ ਪੀ ਲਿਆ ਨਾਰੀਅਲ, ਉਸ ਤੋਂ ਬਾਅਦ ਇਹਨੂੰ ਗਾਰਬੇਜ ਪੇਲ ਤੋਂ ਇਲਾਵਾ, ਗਾਰਬੇਜ ਪੇਲ ਮਤਲਬ ਜਿਹੜਾ ਡਸਟਬਿਨ ਹੁੰਦਾ ਉਸਨੂੰ ਕਿਹਾ ਜਾਂਦਾ, ਬਾਸਕਟ ਹੁੰਦੀ ਹੈ ਉਸਨੂੰ ਕਿਹਾ ਜਾਂਦਾ। ਅਤੇ ਉਸ ਤੋਂ ਇਲਾਵਾ ਅਸੀਂ ਹੋਰ ਕਿਤੇ ਵੀ ਇਹ ਚੀਜ਼ਾਂ ਉੱਥੇ ਗੇਰ ਨਹੀਂ ਸਕਦੇ, ਸੁੱਟ ਨਹੀਂ ਸਕਦੇ। ਰਾਈਟਰ ਨੈਕਸਟ ਕੁਐਸਚਨ ਜਾਪਾਨ ਦੀ ਕੈਪੀਟਲ ਉਸਦਾ ਸ਼ਹਿਰ ਹੈ ਜੀ ਟੋਕੀਓ, ਉਸ ਦੇ ਬਾਰੇ ਕਰਦਾ ਹੈ। ਕਹਿੰਦਾ ਤੁਸੀਂ ਟੋਕੀਓ ਦੀਆਂ ਸਟਰੀਟਸ ਦੇ ਉੱਪਰ ਕਿਉਂ ਨਹੀਂ ਥੁੱਕ ਸਕਦੇ, ਕਿਉਂ ਨਹੀਂ ਥੁੱਕਦੇ ਉੱਥੇ ਜਾ ਕੇ। ਇਸੇ ਤਰ੍ਹਾਂ ਦਾ ਕੁਐਸਚਨ ਰਾਈਟਰ USA ਦਾ ਇੱਕ ਖੂਬਸੂਰਤ ਸ਼ਹਿਰ ਹੈ ਬੱਚਿਓ ਬੋਸਟਨ, ਉਸ ਦੇ ਬਾਰੇ ਕਰਦਾ ਹੈ। ਕਹਿੰਦਾ ਤੁਸੀਂ ਉੱਥੇ ਜਾ ਕੇ ਐਗਜ਼ਾਮੀਨੇਸ਼ਨ ਜੋਕੀ ਨੂੰ ਕਿਉਂ ਨਹੀਂ ਯੂਜ਼ ਕਰਦੇ, ਜਾਂ ਉੱਥੇ ਜਾ ਕੇ ਤੁਸੀਂ ਜਿਹੜੇ ਫੇਕ ਸਰਟੀਫਿਕੇਟਸ ਨੇ, ਬੋਗਸ ਸਰਟੀਫਿਕੇਟ ਜਿਹਨੂੰ ਆਪਾਂ ਨਕਲੀ ਸਰਟੀਫਿਕੇਟ ਕਹਿੰਦੇ ਹਾਂ, ਤੁਸੀਂ ਉੱਥੇ ਕਿਉਂ ਨਹੀਂ ਖਰੀਦ ਸਕਦੇ। ਜੋਕੀ ਵੈਸੇ ਬੱਚਿਓ ਕਿਹਾ ਜਾਂਦਾ ਜਿਹੜੇ ਤੁਹਾਨੂੰ ਪਤਾ ਹੈ ਹੋਰਸ ਰਾਈਡਿੰਗ ਹੁੰਦੀ ਹੈ, ਉਹਨਾਂ ਦੀ ਰੇਸ ਹੁੰਦੀ ਹੈ ਘੋੜਿਆਂ ਦੀ, ਤਾਂ ਉਹਦਾ ਹੋਰਸ ਨੂੰ ਜਿਹੜੇ ਰਾਈਡ ਕਰਦੇ ਆ ਉਹਨਾਂ ਨੂੰ ਅਸੀਂ ਜੋਕੀ ਕਹਿੰਦੇ ਹਾਂ। ਲੇਕਿਨ ਇੱਥੇ ਐਗਜ਼ਾਮੀਨੇਸ਼ਨ ਜੋਕੀ ਦਾ ਮਤਲਬ ਉਸ ਪਰਸਨ ਤੋਂ ਹੈ ਵੀ ਜੋ ਤੁਹਾਡੇ ਲਈ ਪੁੱਠੇ ਸਿੱਧੇ ਕੰਮ ਕਰ ਸਕਦਾ ਹੈ, ਜਾ ਕੇ ਤੁਹਾਨੂੰ ਪੇਪਰ ਕਢਵਾ ਕੇ ਲਿਆ ਸਕਦਾ ਇਹੋ ਜਿਹੇ ਕੰਮ। ਕਹਿੰਦੇ ਤੁਸੀਂ ਇਹ ਸਾਰੇ ਕੰਮ ਬੋਸਟਨ ਸ਼ਹਿਰ ਦੇ ਵਿੱਚ ਨਹੀਂ ਕਰ ਸਕਦੇ।
ਤਾਂ ਸਟੂਡੈਂਟਸ ਇੱਥੇ ਜਿਹੜੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤੁਸੀਂ ਜਿੰਨੀਆਂ ਹੁਣ ਤੱਕ ਸਿੰਗਾਪੁਰ ਤੋਂ ਲੈ ਕੇ ਹੁਣ ਤੱਕ ਦੀਆਂ ਜਿੰਨੀਆਂ ਵੀ ਐਗਜ਼ਾਮਪਲਸ ਤੁਸੀਂ ਦੇਖੀਆਂ ਨੇ ਜੋ ਰਾਈਟਰ ਨੇ ਕੋਟ ਕੀਤੀਆਂ ਇੱਥੇ, ਉਸ ਦੇ ਵਿੱਚ ਉਹਨਾਂ ਨੇ YOU ਸਾਰਿਆਂ ਦੇ ਵਿੱਚ ਉਸਨੇ ਕੈਪੀਟਲ ਲੈਟਰਸ ਦੇ ਵਿੱਚ ਇਹ ਅੱਖਰ ਪਾਏ ਹੋਏ ਨੇ, ਕਿਉਂਕਿ ਉਹ ਜ਼ੋਰ ਦੇ ਕੇ ਕਹਿ ਰਹੇ ਨੇ ਗੱਲ ਇਹ ਕਿ ਇਹ ਗੱਲ ਮੈਂ ਤੁਹਾਡੀ ਕਰ ਰਿਹਾ ਕਿ ਜਦੋਂ ਤੁਸੀਂ ਇੰਡੀਆ ਤੋਂ ਬਾਹਰ ਇਹਨਾਂ ਦੇਸ਼ਾਂ ਵਿੱਚ ਜਾਂਦੇ ਹੋ ਤਾਂ ਫਿਰ ਤੁਹਾਡਾ ਵਤੀਰਾ ਬਿਲਕੁਲ ਚੇਂਜ ਹੋ ਜਾਂਦਾ ਹੈ। ਇਸੇ ਕਰਕੇ ਇੱਥੇ ਹੁਣ ਰਾਈਟਰ ਕਹਿ ਰਿਹਾ, ਕਹਿੰਦਾ ਵੀ ਆਰ ਸਟਿਲ ਟਾਕਿੰਗ ਆਫ ਦਾ ਸੇਮ ਯੂ। ਕਹਿੰਦੇ ਮੈਂ ਹਜੇ ਵੀ ਤੁਹਾਡੀ ਹੀ ਗੱਲ ਕਰ ਰਹੇ ਹਾਂ, ਇਹ ਤੁਸੀਂ ਹੀ ਹੋ ਜਿਹੜੇ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਜਿੰਨੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਮੰਨਦੇ ਹੋ, ਉੱਥੇ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਖਿਲਾਰਦੇ, ਕਿਸੇ ਤਰ੍ਹਾਂ ਦਾ ਕੋਈ ਉੱਥੇ ਦਾ ਨਿਯਮ ਨੂੰ ਤੁਸੀਂ ਤੋੜਦੇ ਨਹੀਂ। ਤੇ ਤੁਸੀਂ ਫਿਰ ਦੇਖੋ ਯੂ ਉਹ ਵੱਡੇ ਲੈਟਰਸ ਦੇ ਵਿੱਚ ਜ਼ੋਰ ਦੇ ਕੇ ਕਹਿ ਰਿਹਾ, ਕਹਿੰਦੇ ਤੁਸੀਂ ਫੋਰਨ ਸਿਸਟਮ ਨੂੰ ਤੁਸੀਂ ਮੰਨ ਸਕਦੇ ਹੋ, ਉਹਦਾ ਰਿਸਪੈਕਟ ਕਰਦੇ ਹੋ। ਕਨਫਰਮ ਦਾ ਮਤਲਬ ਹੁੰਦਾ ਬੇਟਾ ਉਸ ਨੂੰ ਮੰਨਣਾ, ਅਤੇ ਬਾਕੀ ਕੰਟਰੀਆਂ ਦੇ ਵਿੱਚ ਜਾ ਕੇ ਤੁਸੀਂ ਇਹ ਸਾਰੀਆਂ ਗੱਲਾਂ ਮੰਨਦੇ ਹੋ, ਬਟ ਕੈਨ ਨਾਟ ਇਨ ਯੂਰ ਓਨ। ਪਰ ਤੁਸੀਂ ਆਪਣੇ ਦੇਸ਼ ਨੂੰ ਜਦੋਂ ਆਪਣੇ ਦੇਸ਼ ਵਿੱਚ ਤੁਸੀਂ ਆ ਜਾਂਦੇ ਹੋ ਫਿਰ ਇਹੀ ਗੱਲਾਂ ਨੂੰ ਤੁਸੀਂ ਨਕਾਰ ਦਿੰਦੇ ਹੋ, ਇਹਨਾਂ ਗੱਲਾਂ ਨੂੰ ਮੰਨਦੇ ਨਹੀਂ। ਤੁਸੀਂ ਪੇਪਰ ਗਾਰਬੇਜ ਜਿਹੜੇ ਹੈ ਉਹ ਥਰੋ ਕਰੋਗੇ ਆਪਣੇ ਰੋਡਸ ਦੇ ਉੱਪਰ ਦਾ ਮੋਮੈਂਟ ਯੂ ਟੱਚ ਇੰਡੀਅਨ ਗਰਾਊਂਡ। ਜਦੋਂ ਤੁਸੀਂ ਹਵਾਈ ਜਹਾਜ਼ ਤੋਂ ਥੱਲੇ ਉਤਰ ਕੇ ਭਾਰਤ ਦੇ ਏਰੀਆ 'ਚ ਤੁਸੀਂ ਪੈਰ ਰੱਖਿਆ, ਤਾਂ ਤੁਸੀਂ ਆਪਣੇ ਦੇਸ਼ ਦੇ ਵਿੱਚ ਆ ਕੇ ਉਹ ਸਾਰੇ ਕੰਮ ਕਰੋਗੇ ਜਿਹੜੇ ਕੰਮ ਤੁਸੀਂ ਬਾਹਰ ਜਾ ਕੇ ਨਹੀਂ ਕਰਦੇ। ਕਹਿੰਦੇ ਜੇ ਤੁਸੀਂ ਇੱਕ ਸਮਰਪਿਤ, ਇਨਵੋਲਵ ਦਾ ਮਤਲਬ ਹੁੰਦਾ ਹੈ ਸਮਰਪਣ ਦੀ ਭਾਵਨਾ ਰੱਖਣ ਵਾਲਾ ਇਨਸਾਨ, ਐਂਡ ਐਪਰੀਸ਼ੀਏਟਿਵ ਸਿਟੀਜ਼ਨ ਦਾ ਮਤਲਬ ਜੋ ਮੰਨ ਕੇ ਚੱਲਦਾ ਹੈ, ਨਿਯਮਾਂ ਨੂੰ ਕਾਇਦਿਆਂ ਨੂੰ ਮੰਨ ਕੇ ਚੱਲਦਾ ਹੈ। ਤਾਂ ਜੇਕਰ ਤੁਸੀਂ ਇੱਕ ਏਲੀਅਨ ਕੰਟਰੀ ਦੇ ਵਿੱਚ, ਏਲੀਅਨ ਦਾ ਮਤਲਬ ਹੋ ਗਿਆ ਇੱਥੇ ਕਿ ਬਾਹਰਲੀ ਕੰਟਰੀ, ਫੋਰਨ, ਏਲੀਅਨ ਦਾ ਮਤਲਬ ਫੋਰਨ ਕੰਟਰੀ ਦੇ ਵਿੱਚ ਜੇ ਤੁਸੀਂ ਇੱਕ ਸਮਰਪਿਤ ਨਾਗਰਿਕ ਬਣ ਸਕਦੇ ਹੋ, ਉੱਥੇ ਦੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਤੁਸੀਂ ਮੰਨ ਸਕਦੇ ਹੋ, ਵਾਈ ਕੈਨ ਨੋਟ ਯੂ ਬੀ ਦਾ ਸੇਮ ਹੀਅਰ ਇਨ ਇੰਡੀਆ। ਤੁਸੀਂ ਭਾਰਤ ਦੇ ਵਿੱਚ ਅਜਿਹੇ ਕਿਉਂ ਨਹੀਂ ਹੋ ਸਕਦੇ? ਤੁਸੀਂ ਭਾਰਤ ਦੇ ਵਿੱਚ ਵੀ ਸਮਰਪਿਤ ਨਾਗਰਿਕ ਬਣੋ, ਤੁਸੀਂ ਭਾਰਤ ਦੇ ਦੇਸ਼ ਦੇ ਵੀ ਇੱਕ ਮੰਨਣ ਵਾਲੇ। ਇੱਥੇ ਦੇਖੋ ਰੂਲਸ ਐਂਡ ਰੈਗੂਲੇਸ਼ਨ ਸਾਡੇ ਦੇਸ਼ 'ਚ ਵੀ ਨੇ, ਇਹ ਨਹੀਂ ਹੈਗਾ ਕਿ USA 'ਚ ਨੇ ਜਾਂ ਬਾਹਰਲੇ ਦੇਸ਼ਾਂ 'ਚ ਨੇ, ਸਾਡੇ ਦੇਸ਼ 'ਚ ਰੂਲਸ ਨਹੀਂ, ਸਭ ਕਿਤੇ ਨੇ, ਲੇਕਿਨ ਅਸੀਂ ਬਾਹਰ ਜਾ ਕੇ ਰੂਲਸ ਮੰਨਦੇ ਹਾਂ, ਆਪਣੇ ਇੰਡੀਆ ਦੇ ਵਿੱਚ ਅਸੀਂ ਆ ਕੇ ਕੋਈ ਰੂਲ ਮੰਨਣਾ ਨਹੀਂ ਚਾਹੁੰਦੇ, ਕਿਉਂ? ਸਟੂਡੈਂਟਸ ਇਸ ਪੈਰਾਗ੍ਰਾਫ ਦੇ ਵਿੱਚ ਰਾਈਟਰ ਸਾਡੇ ਇੰਡੀਆ ਦੀ ਐਗਜ਼ਾਮਪਲ ਦਿੰਦੇ ਹੋਏ ਇੱਕ ਬੜਾ ਹੀ ਵਧੀਆ ਨੈਤਿਕ ਪ੍ਰਸ਼ਨ ਰੇਜ਼ ਕਰਦੇ ਨੇ। ਤਾਂ ਉਹ ਕਹਿੰਦੇ ਨੇ, ਕਹਿੰਦੇ ਇੱਕ ਵਾਰੀ ਇੰਟਰਵਿਊ ਦਿੰਦੇ ਸਮੇਂ ਮੁੰਬਈ ਦੇ, ਅੱਜ ਕੱਲ੍ਹ ਤਾਂ ਨਾਮ ਬੰਬੇ ਦਾ ਮੁੰਬਈ ਹੋ ਗਿਆ, ਤਾਂ ਉਹਨਾਂ ਦੇ ਮਿਊਨਿਸਪਲ ਕਮਿਸ਼ਨਰ ਸੀਗੇ ਜੋ ਹੁਣ ਰਿਟਾਇਰ ਹੋ ਚੁੱਕੇ, ਉਹਨਾਂ ਦਾ ਨਾਮ ਸੀ ਮਿਸਟਰ ਤਿਨਾਏਕਰ। ਤਾਂ ਉਹਨਾਂ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਜਿਹੜੇ ਅਮੀਰ ਲੋਕ ਨੇ ਉਹ ਆਪਣੇ ਡੌਗਸ ਨੂੰ ਬਾਹਰ ਲੈ ਜਾਂਦੇ ਨੇ ਸਟਰੀਟਸ 'ਤੇ ਘੁਮਾਉਣ ਫਿਰਾਉਣ ਦੇ ਲਈ, ਅਤੇ ਫਿਰ ਉਹਨਾਂ ਦਾ ਜਿਹੜਾ ਮਲ ਤਿਆਗ ਹੈ, ਅਫਲੂਐਂਟ ਡ੍ਰੌਪਿੰਗਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਮਲ ਤਿਆਗ ਉਹ ਸਾਰੇ ਕਿਤੇ ਫੈਲਾ ਦਿੰਦੇ ਨੇ ਅਤੇ ਉਵੇਂ ਹੀ ਛੱਡ ਕੇ ਆ ਜਾਂਦੇ ਨੇ ਉਹ। ਉਹਨਾਂ ਨੇ ਇਹ ਗੱਲ ਕਹੀ ਸੀ। ਫਿਰ ਇਹੀ ਬੰਦੇ, ਬਿਲਕੁਲ ਇਹੀ ਇਨਸਾਨ ਕੀ ਕਰਦੇ ਨੇ, ਦਾ ਸੇਮ ਪੀਪਲ, ਉਹ ਕ੍ਰਿਟੀਸਾਈਜ਼ ਕਰਦੇ ਨੇ। ਕ੍ਰਿਟੀਸਾਈਜ਼ ਦਾ ਮਤਲਬ ਬੁਰਾ ਭਲਾ ਕਹਿਣਾ, ਅਤੇ ਸਾਰਾ ਦੋਸ਼ ਅਥੋਰਿਟੀਜ਼ 'ਤੇ ਲਾਉਂਦੇ ਨੇ। ਮਤਲਬ ਅਥੋਰਿਟੀਜ਼ ਦਾ ਮਤਲਬ ਜਿਹੜੀ ਸਫਾਈ ਦੀ ਜ਼ਿੰਮੇਵਾਰ ਸਰਕਾਰ ਹੈ, ਜਾਂ ਲੋਕਲ ਸਰਕਾਰ ਕਹਿ ਲਓ, ਲੋਕਲ ਸਰਕਾਰਾਂ ਹੁੰਦੀਆਂ ਸਾਡੀਆਂ ਜਿਵੇਂ ਮਿਊਨਿਸਪਲ ਕਮੇਟੀਆਂ ਜਾਂ ਮਿਊਨਿਸਪਲ ਕਾਰਪੋਰੇਸ਼ਨ ਹੋ ਗਈਆਂ, ਉਹਨਾਂ ਨੂੰ ਉਹ ਜ਼ਿੰਮੇਦਾਰ ਠਹਿਰਾਉਂਦੇ ਨੇ ਜੀ ਕਿ ਇਹ ਨਕੰਮੀਆਂ ਨੇ। ਅਤੇ ਆਹ ਦੇਖੋ ਜੀ ਸਾਡੇ ਡਰਟੀ ਪੇਵਮੈਂਟਸ ਨੇ, ਕਹਿਣ ਦਾ ਮਤਲਬ ਕਿ ਜਿਹੜੇ ਫੁੱਟਪਾਥ ਨੇ ਕਿੰਨੇ ਗੰਦੇ ਨੇ, ਕਿੰਨੀ ਗੰਦਗੀ ਹੈ। ਹਾਲਾਂਕਿ ਇਹੀ ਲੋਕ ਗੰਦਗੀ ਫੈਲਾਉਂਦੇ ਨੇ, ਫਿਰ ਇਹੀ ਲੋਕ ਅਥੋਰਿਟੀਜ਼ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਕਿ ਇਹ ਸਫਾਈ ਨਹੀਂ ਕਰਦੇ। ਕਹਿੰਦੇ ਫਿਰ ਉਹ ਇਹ ਇੱਦਾਂ ਦੇ ਲੋਕ, ਵਟ ਡੂ ਦੇ ਐਕਸਪੈਕਟ, ਇੱਥੇ ਦੇ ਦਾ ਮਤਲਬ ਇਹਨਾਂ ਲੋਕਾਂ ਨੂੰ ਹੀ ਕਿਹਾ ਗਿਆ, ਇਸ ਤਰ੍ਹਾਂ ਦੇ ਲੋਕਾਂ ਨੂੰ। ਉਹ ਇਹ ਕੀ ਆਸ ਕਰਦੇ ਨੇ ਕਿ ਜਿਹੜੇ ਸਾਡੇ ਅਫਸਰਸ ਨੇ ਉਹ ਕੀ ਕਰਨ, ਇਹਨਾਂ ਸਰਕਾਰਾਂ ਦੇ ਅਫਸਰ ਵਿਚਾਰੇ ਕੀ ਕਰਨ ਜਾ ਕੇ? ਉਹ ਕੀ ਉਹ ਇਹ ਕੰਮ ਕਰਨ ਕਿ ਇੱਕ ਝਾੜੂ ਚੱਕ ਲੈਣ ਹਰ ਵਾਰੀ ਜਦੋਂ ਵੀ ਉਹਨਾਂ ਦਾ ਡੌਗ ਉਸ ਨੂੰ ਪ੍ਰੈਸ਼ਰ ਜਾਂ ਫੀਲ ਹੋਵੇ ਆਪਣੇ ਪੇਟ ਦੇ ਵਿੱਚ, ਤਾਂ ਫਿਰ ਉਸਦੀ ਉਹ ਜਿਹੜੀ ਡ੍ਰੋਪਿੰਗ ਹੈ, ਜੋ ਉਸਦਾ ਮਲ ਤਿਆਗ ਹੈ, ਉਹਨੂੰ ਉਹ ਸਾਫ਼ ਕਰਨ? ਇਹੀ ਸੋਚਦੇ ਹੋਣਗੇ ਨਾ ਉਹ, ਕਿਉਂਕਿ ਤਾਂ ਹੀ ਕ੍ਰਿਟੀਸਾਈਜ਼ ਕਰਦੇ ਨੇ। ਅਮਰੀਕਾ ਦੇ ਵਿੱਚ ਕਹਿੰਦੇ ਕੋਈ ਵੀ ਡੌਗ ਓਨਰ ਹੁੰਦਾ ਹੈ, ਜਿਸ ਦਾ ਡੌਗ ਹੈ, ਉਸ ਦਾ ਜਿਹੜਾ ਮਾਲਕ ਹੈ, ਉਸ ਨੂੰ ਆਪਣੇ ਪੈਟ ਦੀ ਜੋ ਵੀ ਉਹ ਗੰਦਗੀ ਫੈਲਾਉਂਦਾ ਉਸ ਨੂੰ ਕਲੀਨ ਅਪ ਕਰਨਾ ਪੈਂਦਾ ਹੈ, ਉਸ ਨੂੰ ਖੁਦ ਕਲੀਨ ਅਪ ਕਰਨਾ ਪੈਂਦਾ, ਉਹਦੀ ਸਫਾਈ ਕਰਨੀ ਪੈਂਦੀ ਹੈ। ਸਪੋਜ਼ ਕਰੋ ਦੇਖੋ ਉੱਥੇ 20 ਲੋਕ ਬਾਹਰ ਆਪਣੇ ਡੌਗਸ ਨੂੰ ਲੈ ਕੇ ਜਾਂਦੇ ਨੇ, ਪਰ ਜੇਕਰ ਡੌਗ ਕਿਸੇ ਤਰ੍ਹਾਂ ਦਾ ਕੋਈ ਡ੍ਰੋਪਿੰਗਸ ਉੱਥੇ ਫੈਲਾਉਂਦੇ ਨੇ ਤਾਂ ਉੱਥੇ ਦੇ ਉਹਦੇ ਮਾਲਕ ਖੁਦ ਉਸ ਡ੍ਰੋਪਿੰਗਸ ਨੂੰ ਚੱਕਦੇ ਨੇ, ਉਹਨਾਂ ਨੂੰ ਇਹ ਕੰਮ ਕਰਨਾ ਪੈਂਦਾ। ਸੇਮ ਆਹੀ ਕੰਮ ਜਾਪਾਨ ਦੇ ਵਿੱਚ ਹੁੰਦਾ। ਪਰ ਸਾਡੇ ਭਾਰਤੀ ਨਾਗਰਿਕ ਡੂ ਦੈਟ ਹੇਅਰ? ਇੱਥੇ ਅਜਿਹਾ ਕਰਨਗੇ? ਦੇਖੋ ਇੱਥੇ ਕੁਐਸਚਨ ਪੁੱਛਿਆ
ਕੀ ਇਹ ਕੰਮ ਜੋ ਅਮਰੀਕਾ ਅਤੇ ਜਾਪਾਨ ਦੇ ਵਿੱਚ ਲੋਕ ਕਰਦੇ ਨੇ, ਕੀ ਸਾਡੇ ਭਾਰਤੀ ਲੋਕ ਇਹ ਕਰਨਗੇ? ਇਹ ਸਾਰੀ ਗੱਲਾਂ ਕਿਸ ਨੇ ਕਹੀਆਂ ਜੀ? ਮਿਸਟਰ ਤਿਨਾਇਕਰ ਨੇ ਇੰਟਰਵਿਊ ਦੇ ਵੇਲੇ ਕਹੀਆਂ। ਹੁਣ ਸਾਨੂੰ ਰਾਈਟਰ ਕਹਿੰਦੇ ਆ ਹੀ ਇਜ਼ ਰਾਈਟ, ਉਹ ਬਿਲਕੁਲ ਸਹੀ ਨੇ। ਕੌਣ? ਮਿਸਟਰ ਤਿਨਾਇਕਰ ਬਿਲਕੁਲ ਸਹੀ ਨੇ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ। ਕਹਿੰਦੇ ਅਸੀਂ ਹੁਣ ਪੋਲਿੰਗ ਸਟੇਸ਼ਨ 'ਤੇ ਜਾਂਦੇ ਹਾਂ ਜਦੋਂ ਚੋਣਾਂ ਹੁੰਦੀਆਂ ਨੇ, ਤਾਂ ਕਿ ਅਸੀਂ ਆਪਣੀ ਸਰਕਾਰ ਨੂੰ ਚੁਣੀਏ ਅਤੇ ਉਹ ਇੱਕ ਵਾਰੀ ਚੁਣਨ ਤੋਂ ਬਾਅਦ ਅਸੀਂ ਆਪਣੀਆਂ ਸਾਰੀਆਂ ਰਿਸਪੋਂਸੀਬਿਲਿਟੀ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਉਸ ਨੂੰ ਛੱਡ ਦਿੰਦੇ ਹਾਂ, ਫੋਰਫੀਟ ਕਰ ਦਿੰਦੇ ਹਾਂ। ਫੋਰਫੀਟ ਦਾ ਮਤਲਬ ਛੱਡ ਦੇਣਾ ਕਿ ਬਸ ਆਪਣਾ ਹੁਣ ਕੋਈ ਕੰਮ ਨਹੀਂ ਹੈ। ਹੁਣ ਅਸੀਂ ਚੁੱਪ ਬੈਠ ਜਾਂਦੇ ਹਾਂ ਐਂਡ ਵਾਂਟਿੰਗ ਟੂ ਬੀ ਪੈਂਪਰਡ, ਅਤੇ ਅਸੀਂ ਇਹ ਕਹਿੰਦੇ ਹਾਂ ਕਿ ਹੁਣ ਅਸੀਂ ਸਰਕਾਰ ਚੁਣਤੀ, ਸਾਡੀ ਜ਼ਿੰਮੇਵਾਰੀ ਖਤਮ ਹੋ ਗਈ, ਹੁਣ ਸਰਕਾਰ ਸਾਡਾ ਖਿਆਲ ਰੱਖੇ, ਸਾਡਾ ਸਨਮਾਨ ਕਰੇ, ਅਤੇ ਇਹ ਆਸ ਕਰਦੇ ਹਾਂ ਕਿ ਗੌਰਮੈਂਟ ਹੀ ਹਰ ਇੱਕ ਕੰਮ ਕਰੇ ਸਾਡੇ ਲਈ, ਜਦ ਕਿ ਸਾਡਾ ਕੋਈ ਕੰਟਰੀਬਿਊਸ਼ਨ ਵਾਈਲਸਟ ਆਵਰ ਕੰਟਰੀਬਿਊਸ਼ਨ, ਜਦੋਂ ਕਿ ਸਾਡਾ ਜਿਹੜੀ ਵੀ ਕੋਈ ਕੰਟਰੀਬਿਊਸ਼ਨ ਹੈ ਜਾਂ ਯੋਗਦਾਨ ਹੈ ਉਹ ਜ਼ੀਰੋ ਹੋਵੇ, ਇਜ਼ ਟੋਟਲੀ ਨੈਗੇਟਿਵ। ਸਾਡੀ ਇਹ ਮਤਲਬ ਇੱਕ ਪ੍ਰਵਿਰਤੀ ਬਣ ਗਈ ਕਿ ਸਾਡਾ ਇੱਕ ਕੰਮ ਹੈ ਕਿ ਅਸੀਂ ਵੋਟਾਂ 'ਚ ਜਾ ਕੇ ਚਲੋ ਆਪਣੀ ਵੋਟ ਪਾਤੀ, ਅਸੀਂ ਵੋਟ ਪਾ ਕੇ ਅਸੀਂ ਸੋਚਦੇ ਹਾਂ ਕਿ ਸਾਡਾ ਕੰਮ ਖਤਮ ਹੋ ਗਿਆ, ਹੁਣ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ, ਸਾਰੇ ਕੰਮ ਸਰਕਾਰ ਕਰੇ, ਅਸੀਂ ਹੁਣ ਚੁੱਪਚਾਪ ਆਪਣੇ ਘਰੇ ਬੈਠੀਏ। ਕਹਿੰਦੇ ਅਸੀਂ ਇਹ ਆਸ ਕਰਦੇ ਹਾਂ ਕਿ ਗਵਰਨਮੈਂਟ ਤਾਂ ਸਾਰੇ ਕਲੀਨ ਅਪ ਦੇ ਕੰਮ ਕਰੇ, ਸਾਰੀ ਸਫਾਈ ਗਵਰਨਮੈਂਟ ਕਰੇ, ਪਰ ਅਸੀਂ ਨਾ ਰੁਕੀਏ ਆਪਣੀ ਗਾਰਬੇਜ ਫੈਲਾਉਣ ਤੋਂ। ਆਲ ਓਵਰ ਦਾ ਪਲੇਸ, ਹਰ ਕਿਤੇ ਅਸੀਂ ਆਪਣਾ ਗੰਦ ਸੁੱਟਦੇ ਰਹੀਏ, ਅਤੇ ਨਾ ਹੀ ਅਸੀਂ ਕਦੇ ਜਾਂਦੇ ਹੋਏ ਰੁਕੀਏ, ਕਿਤੇ ਜਾ ਰਹੇ ਹਾਂ ਰੁਕ ਜਾਈਏ ਤਾਂ ਕਿ ਅਸੀਂ ਕੋਈ ਸਟਰੇ ਪੀਸ ਆਫ ਪੇਪਰ ਪਿਆ, ਸਾਨੂੰ ਕੋਈ ਕਾਗਜ਼ ਦਾ ਟੁਕੜਾ ਮਿਲ ਗਿਆ ਪਿਆ, ਤਾਂ ਅਸੀਂ ਉਸ ਨੂੰ ਚੱਕ ਕੇ ਬਿਨ ਦੇ ਵਿੱਚ, ਡਸਟਬਿਨ ਦੇ ਵਿੱਚ ਪਾ ਦਈਏ। ਅਸੀਂ ਇਹ ਕੰਮ ਕਰਨ ਦੇ ਲਈ ਕਦੇ ਨਾ ਰੁਕੀਏ। ਬਸ ਕਾਗਜ਼ ਦਾ ਟੁਕੜਾ ਪਿਆ, ਕਿਉਂਕਿ ਇਹ ਕਿਹਦੀ ਜ਼ਿੰਮੇਵਾਰੀ ਹੈ? ਸਰਕਾਰ ਦੀ ਜ਼ਿੰਮੇਵਾਰੀ ਹੈ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰ ਸਕਦੇ, ਰਾਈਟਰ ਇੱਥੇ ਇਹ ਕਹਿਣਾ ਚਾਹੁੰਦਾ ਹੈ। ਸਟੂਡੈਂਟਸ, ਇਸ ਪੈਰਾਗ੍ਰਾਫ ਦੇ ਵਿੱਚ ਰਾਈਟਰ ਫਿਰ ਅਜਿਹੇ ਕੁਐਸਚਨ ਰੇਜ਼ ਕਰਦੇ ਹੈ ਜਿਨ੍ਹਾਂ ਬਾਰੇ ਸਾਨੂੰ ਸੋਚਣ ਦੀ ਲੋੜ ਹੈ। ਉਹ ਕਹਿੰਦੇ ਅਸੀਂ ਇਹ ਆਸ ਕਰਦੇ ਹਾਂ ਕਿ ਜਿਹੜੀ ਸਾਡੀ ਇੰਡੀਅਨ ਰੇਲਵੇ ਹੈ ਉਹ ਸਾਨੂੰ ਸਾਫ ਸੁਥਰੇ ਵਾਸ਼ਰੂਮ ਪ੍ਰੋਵਾਈਡ ਕਰੇ, ਪਰ ਸਾਨੂੰ ਇਹ ਨਾ ਪਤਾ ਹੋਵੇ ਕਿ ਅਸੀਂ ਇਹ ਵਾਸ਼ਰੂਮਜ਼ ਨੂੰ, ਇਹਨਾਂ ਬਾਥਰੂਮਜ਼ ਨੂੰ ਪ੍ਰੋਪਰ ਯੂਜ਼ ਕਿਵੇਂ ਕਰਨਾ ਹੈ। ਸਾਨੂੰ ਅਕਲ ਹੀ ਨਹੀਂ ਹੈ ਕਿ ਅਸੀਂ ਇਹ ਜਿਹੜੇ ਵਾਸ਼ਰੂਮਸ 'ਚ ਅਸੀਂ ਸਫਾਈ ਨੂੰ ਬਣਾਈ ਰੱਖਣਾ ਹੈ, ਅਸੀਂ ਨਹੀਂ ਬਣਾ ਕੇ ਰੱਖਦੇ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਇੰਡੀਅਨ ਏਅਰਲਾਈਨਸ ਹੈ ਜਾਂ ਏਅਰ ਇੰਡੀਆ ਹੈ, ਇਹ ਸਾਨੂੰ ਸਭ ਤੋਂ ਵਧੀਆ ਫੂਡ ਦੇਵੇ, ਬੈਸਟ ਆਫ ਫੂਡ ਸਾਨੂੰ ਪ੍ਰੋਵਾਈਡ ਕਰੇ, ਟੋਇਲਟਰੀਜ਼ ਇਸੇ ਤਰ੍ਹਾਂ ਦੇ ਸਾਨੂੰ ਜਿਹੜੇ ਬਾਕੀ ਹੋਰ ਚੀਜ਼ਾਂ ਨੇ ਵਾਸ਼ਰੂਮਸ ਦੀਆਂ ਜਾਂ ਹੱਥ ਵਗੈਰਾ ਧੋਣ ਦੀਆਂ, ਇਹ ਸਾਰੀਆਂ ਸਾਨੂੰ ਵਧੀਆ ਪ੍ਰੋਵਾਈਡ ਕਰੇ। ਪਰ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਐਟ ਦਾ ਲੀਸਟ ਓਪਰਚੁਨਿਟੀ, ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਪਿਲਫਰਿੰਗ ਦਾ ਮਤਲਬ ਹੁੰਦਾ ਬੱਚਿਓ ਸਟੀਲਿੰਗ, ਅਸੀਂ ਇਹਨਾਂ ਚੀਜ਼ਾਂ ਦੀ ਚੋਰੀ ਕਰਨ ਤੋਂ ਨਹੀਂ ਰੁਕਦੇ। ਫਿਰ ਕਹਿੰਦੇ ਇਹ ਚੀਜ਼ ਅਪਲਾਈ ਹੁੰਦੀ ਹੈ ਈਵਨ ਕਿ ਸਟਾਫ ਨਾਲ ਵੀ, ਜਿਹੜੀ ਇੰਡੀਅਨ ਰੇਲਵੇਜ਼ 'ਚ ਸਟਾਫ ਹੈ ਜਾਂ ਏਅਰ ਇੰਡੀਆ ਦੇ ਵਿੱਚ ਸਟਾਫ ਹੈ, ਉਹਨਾਂ 'ਤੇ ਵੀ ਇਹ ਗੱਲ ਅਪਲਾਈ ਹੁੰਦੀ ਹੈ, ਕਿਉਂਕਿ ਉਹ ਵੀ ਇਹ ਜਾਣਿਆ ਜਾਂਦਾ ਹੈ ਕਿ ਜਿਹੜੀਆਂ ਚੀਜ਼ਾਂ ਨੇ ਇਹ ਪਬਲਿਕ ਦੀ ਸਰਵਿਸ ਤੱਕ ਨਾ ਪਹੁੰਚਣ। ਮਤਲਬ ਇਸ ਹਮਾਮ 'ਚ ਕਹਿੰਦੇ ਨਾ ਸਾਰੀ ਕਸੂਰਵਾਰ ਨੇ, ਤਾਂ ਅਸੀਂ ਹੋਈਏ ਜਾਂ ਸਟਾਫ ਵਾਲੇ ਹੋਈਏ, ਅਸੀਂ ਆਪਣੀ ਰਿਸਪੋਂਸੀਬਿਲਿਟੀਜ਼ ਨੂੰ ਸਮਝਦੇ ਹੀ ਨਹੀਂ ਹੈਗੇ। ਕਹਿੰਦੇ ਜਦੋਂ ਕੋਈ ਬਰਨਿੰਗ ਸੋਸ਼ਲ ਇਸ਼ੂ ਆ ਜਾਂਦਾ ਹੈ, ਕੋਈ ਸਮਾਜਿਕ ਇਸ਼ੂ ਆ ਜਾਂਦਾ ਹੈ, ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਿ ਬੜਾ ਹੀ ਅੱਜ ਕੱਲ੍ਹ ਚੱਲ ਰਿਹਾ ਹੈ, ਜਿਵੇਂ ਕਿ ਫਿਰ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ, ਜਿਵੇਂ ਕੋਈ ਵਿਮਨ ਦੇ ਨਾਲ ਰਿਲੇਟਿਡ ਇਸ਼ੂ ਹੈ, ਇਸਤਰੀਆਂ ਨਾਲ ਰਿਲੇਟਿਡ ਇਸ਼ੂ ਹੈ, ਜਾਂ ਦਾਜ ਦਾ ਇਸ਼ੂ ਹੈ, ਡਾਊਰੀ, ਜਾਂ ਗਰਲ ਚਾਈਲਡ ਦਾ ਹੈ, ਲੜਕੀਆਂ ਦੀ ਐਜੂਕੇਸ਼ਨ ਦਾ ਹੈ, ਇਸ ਤਰ੍ਹਾਂ ਦੇ ਇਸ਼ੂ, ਸਮਾਜਿਕ ਇਸ਼ੂ ਆ ਜਾਂਦੇ ਨੇ। ਕਹਿੰਦੇ ਫਿਰ ਅਸੀਂ ਬੜਾ ਉੱਚਾ ਉੱਚਾ ਰੌਲਾ ਪਾਉਂਦੇ ਹਾਂ। ਕਹਿੰਦੇ ਅਸੀਂ ਕੀ ਕਰਦੇ ਹਾਂ? ਡਰਾਇੰਗ ਰੂਮ ਪ੍ਰੋਟੈਸਟੇਸ਼ਨਸ। ਨਾ ਇੱਥੇ ਦੇਖੋ ਵਰਡਸ ਕਿੰਨੇ ਅੱਛੇ ਰਾਈਟਰ ਨੇ ਯੂਜ਼ ਕੀਤੇ ਨੇ। ਕਹਿੰਦਾ ਡਰਾਇੰਗ ਰੂਮ ਪ੍ਰੋਟੈਸਟੇਸ਼ਨਸ। ਡਰਾਇੰਗ ਰੂਮ ਪ੍ਰੋਟੈਸਟੇਸ਼ਨਸ ਦਾ ਮਤਲਬ ਹੁੰਦਾ ਬੱਚਿਓ ਵਿਖਾਵੇ ਵਾਲੇ ਅੰਦੋਲਨ। ਕਹਿੰਦੇ ਅਸੀਂ ਸਿਰਫ ਵਿਖਾਵੇ ਵਾਲੇ ਅੰਦੋਲਨ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਦੇ ਲਈ, ਜਦ ਕਿ ਬਿਲਕੁਲ ਇਸ ਦੇ ਉਲਟ, ਟੂ ਡੂ ਦਾ ਰਿਵਰਸ, ਅਸੀਂ ਆਪਣੇ ਘਰੇ ਕਰਦੇ ਹਾਂ, ਅਸੀਂ ਉਹ ਜਾਰੀ ਰੱਖਦੇ ਹਾਂ ਘਰੇ ਕਰਨਾ। ਹੁਣ ਇਹਦਾ ਮਤਲਬ ਅੱਗੇ ਰਾਈਟਰ ਕਲੀਅਰ ਕਰਦਾ ਹੈ, ਕਹਿੰਦਾ ਆਵਰ ਐਕਸਕਿਊਜ਼, ਅਸੀਂ ਬਹਾਨਾ ਕੀ ਬਣਾਉਂਦੇ ਹਾਂ? ਕਹਿੰਦੇ ਇਹ ਸਾਰੇ ਹੀ ਸਿਸਟਮ ਹੈ ਜਿਹੜਾ ਚੇਂਜ ਹੋਣਾ ਚਾਹੀਦਾ ਹੈ। ਕਹਿੰਦੇ ਜੇਕਰ ਮੈਂ ਮੰਨ ਲਓ ਇਕੱਲਾ ਚੇਂਜ ਹੋ ਗਿਆ, ਜਾਂ ਮੈਂ ਆਪਣੇ ਜਿਹੜਾ ਮੇਰਾ ਬੇਟੇ ਦਾ ਜਨਮ ਸਿੱਧ ਅਧਿਕਾਰ ਹੈ ਡੌਰੀ ਲੈਣ ਦਾ, ਦਾਜ ਲੈਣ ਦਾ, ਜੇ ਮੈਂ ਉਹਨੂੰ ਛੱਡਤਾ, ਤਾਂ ਫਿਰ ਮੇਰੇ ਨਾਲ ਇਕੱਲੇ ਨਾਲ ਕੀ ਫਰਕ ਪੈ ਜਾਊਗਾ? ਇੱਥੇ ਰਾਈਟਰ ਇਹ ਕਹਿਣਾ ਚਾਹੁੰਦਾ, ਕਹਿੰਦੇ ਅਸੀਂ ਸਿਸਟਮ ਨੂੰ ਤਾਂ ਚੇਂਜ ਕਰਨਾ ਚਾਹੁੰਦੇ ਹਾਂ, ਪਰ ਅਸੀਂ ਆਪਣੇ ਆਪ ਨੂੰ ਨਹੀਂ ਚੇਂਜ ਕਰ ਸਕਦੇ। ਰਾਈਟਰ ਕਹਿੰਦਾ ਇਹ ਸਿਸਟਮ ਨੂੰ, ਇਸ ਪ੍ਰਣਾਲੀ ਨੂੰ ਕੌਣ ਚੇਂਜ ਕਰੇਗਾ? ਹੂ ਇਜ਼ ਗੋਇੰਗ ਟੂ ਚੇਂਜ? ਤੇ ਇੱਕ ਸਿਸਟਮ ਹੁੰਦਾ ਕੀ ਹੈ, ਕਿਹਦਾ ਬਣਿਆ ਹੁੰਦਾ ਹੈ ਸਿਸਟਮ? ਜਿਹੜਾ ਹੈ ਪ੍ਰਣਾਲੀ, ਇਹ ਕਿਸ ਦੀ ਬਣੀ ਹੁੰਦੀ ਹੈ? ਕਹਿੰਦੇ ਸਾਡੇ ਲਈ ਬੜਾ ਆਸਾਨ ਹੈ ਇਹ, ਵੈਰੀ ਕਨਵੀਨੀਐਂਟਲੀ ਫॉर ਅਸ,
ਕਿ ਇਹ ਜਿਹੜਾ ਸਿਸਟਮ ਹੈ ਜੀ, ਜੇ ਸਾਨੂੰ ਕੋਈ ਪੁੱਛੇ ਨਾ ਕਿ ਸਿਸਟਮ ਕੀ ਹੁੰਦਾ ਤਾਂ ਅਸੀਂ ਬੜਾ ਆਸਾਨੀ ਨਾਲ ਕਹਿ ਦਿੰਦੇ ਹਾਂ, ਕਹਿੰਦੇ ਇਸ ਸਿਸਟਮ 'ਚ ਤਾਂ ਸਾਡੇ ਜੀ ਗੁਆਂਢੀ ਨੇ, ਹੋਰ ਘਰ ਪਰਿਵਾਰ ਨੇ, ਹਾਊਸ ਹੋਲਡ ਜਿਹੜੇ ਸਾਡੇ ਆਲੇ ਦੁਆਲੇ ਨੇ, ਹੋਰ ਸ਼ਹਿਰ ਨੇ, ਹੋਰ ਸਮੁਦਾਇ ਨੇ, ਕਮਿਊਨਿਟੀਜ਼ ਨੇ ਅਤੇ ਸਰਕਾਰ ਹੈ। ਬਟ ਮੈਂ ਨਹੀਂ ਹਾਂ ਅਤੇ ਤੁਸੀਂ ਨਹੀਂ ਹੋ। ਮਤਲਬ ਸਾਡੇ ਲਈ ਬੜਾ ਆਸਾਨ ਹੈ, ਅਸੀਂ ਸਿਸਟਮ 'ਚ ਆਪਣੇ ਆਪ ਨੂੰ ਮੰਨਦੇ ਹੀ ਨਹੀਂ ਹੈਗੇ। ਅਸੀਂ ਕਹਿੰਦੇ ਹਾਂ ਕਿ ਇਸ ਸਿਸਟਮ ਨੂੰ ਜੇ ਚੇਂਜ ਹੋਣਾ ਹੈ ਤਾਂ ਇਹਦੇ 'ਚ ਅਸੀਂ ਨਹੀਂ ਹੈਗੇ। ਇੱਥੇ ਦੇਖੋ ਰਾਈਟਰ ਨੇ ਫਿਰ ਯੂ ਕਿਹਾ ਹੈ, ਆ ਯੂ ਵਾਲੀ ਐਗਜ਼ਾਮਪਲ ਉਹੀ ਬੰਦਾ ਜਿਹੜਾ ਸਿੰਗਾਪੁਰ ਗਿਆ ਸੀ ਤੇ ਬੜਾ ਵਧੀਆ ਹੋ ਕੇ ਰਿਹਾ, ਉੱਥੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਉਹਨੇ ਫਾਲੋ ਕੀਤੇ। ਪਰ ਜਦੋਂ ਉਸਨੂੰ ਪੁੱਛਿਆ ਜਾਂਦਾ ਹੈ ਵੀ ਸਿਸਟਮ 'ਚ ਕੌਣ ਹੁੰਦਾ ਹੈ, ਫਿਰ ਉਹ ਕਹਿੰਦਾ ਨਹੀਂ ਜੀ ਸਿਸਟਮ 'ਚ ਮੈਂ ਨਹੀਂ ਹੁੰਦਾ, ਬਾਕੀ ਸਾਰੇ ਹੁੰਦੇ ਨੇ, ਇਹਨਾਂ ਨੂੰ ਚੇਂਜ ਹੋਣਾ ਪਊਗਾ, ਮੈਂ ਨਹੀਂ ਚੇਂਜ ਹੋਣਾ। ਫਿਰ ਉਹ ਕਹਿੰਦੇ ਵੀ ਜਦੋਂ ਵੀ ਸਾਡੇ ਕੋਈ ਦੇਸ਼ ਦੇ ਲਈ ਕੋਈ ਪੋਜ਼ੀਟਿਵ ਕੰਟਰੀਬਿਊਸ਼ਨ ਦੀ ਗੱਲ ਆ ਜਾਂਦੀ ਹੈ, ਕੋਈ ਸਾਨੇ ਸਕਾਰਾਤਮਕ, ਕੋਈ ਚੰਗੀ ਗੱਲ, ਕੋਈ ਸਾਨੇ ਚੰਗਾ ਯੋਗਦਾਨ ਦੇਣਾ ਹੈ, ਜਦੋਂ ਸਾਡੇ ਦੇਸ਼ ਨੂੰ ਕਦੇ ਜ਼ਰੂਰਤ ਹੈ, ਫਿਰ ਅਸੀਂ ਕੀ ਕਰਦੇ ਹਾਂ? ਕਹਿੰਦੇ ਅਸੀਂ ਫਿਰ ਦੋ ਕੰਮ ਕਰਦੇ ਹਾਂ। ਜਾਂ ਤਾਂ ਫਿਰ ਅਸੀਂ ਕੀ ਕਰਦੇ ਹਾਂ, ਆਪਣੇ ਆਪ ਨੂੰ ਲੌਕ ਕਰ ਲੈਂਦੇ ਹਾਂ ਆਪਣੀ ਫੈਮਿਲੀਜ਼ ਦੇ ਨਾਲ, ਇੱਕ ਸੇਫ ਕਕੂਨ ਬਣਾ ਕੇ ਬੈਠ ਜਾਂਦੇ ਹਾਂ। ਕਕੂਨ ਤੁਹਾਨੂੰ ਬੱਚਿਓ ਪਤਾ ਹੈ ਕਿ ਰੇਸ਼ਮ ਦਾ ਕੀੜਾ ਆਪਣੇ ਆਲੇ ਦੁਆਲੇ ਇੱਕ ਬਣਾਉਂਦਾ ਹੁੰਦਾ ਹੈ, ਉਸ ਨੂੰ ਕਕੂਨ ਕਹਿੰਦੇ ਆ, ਆਪਣੇ ਆਪ ਨੂੰ ਸੇਫ ਰੱਖਣ ਲਈ। ਇੱਥੇ ਸੇਫ ਕਕੂਨ ਕਿਹਾ ਜਾਂਦਾ ਹੈ ਕਿ ਕਿਹਾ ਰਾਈਟਰ ਨੇ ਕਿ ਅਸੀਂ ਆਪਣੇ ਘਰੇ ਆਪਣੇ ਲੌਕ ਕਰਕੇ ਬੈਠ ਗਏ ਆਪਣੀ ਫੈਮਿਲੀਜ਼ ਦੇ ਨਾਲ, ਅਤੇ ਅਸੀਂ ਇਹ ਦੇਖਦੇ ਹਾਂ ਬਾਹਰਲੇ ਦੇਸ਼ਾਂ ਵੱਲ ਕਿ ਇਹ ਕੰਮ ਉਹ ਠੀਕ ਕਰਨਗੇ, ਕੋਈ ਮਿਸਟਰ ਕਲੀਨ ਆਊਗਾ, ਮਿਸਟਰ ਕਲੀਨ ਜਿਹੜਾ ਕਿ ਅੱਜ ਕੱਲ੍ਹ ਬੜੀ ਐਡ ਚੱਲਦੀ ਹੁੰਦੀ ਹੈ ਜਿਹਦੀ, ਕਹਿੰਦੇ ਵੀ ਉਹ ਕੋਈ ਆਊਗਾ ਅਤੇ ਸਾਡੇ ਲਈ ਕੋਈ ਜਾਦੂ ਕਰੂਗਾ, ਜਾਂ ਮੈਜਿਸਟਿਕ ਸਵੀਪ ਹੋਊਗਾ, ਉਹਦੇ ਹੱਥ 'ਚ ਇਹੋ ਜਿਹਾ ਜਾਦੂ ਹੋਊਗਾ ਕਿ ਇਸ ਤਰ੍ਹਾਂ ਹੱਥ ਕਰੂਗਾ ਅਤੇ ਸਾਰਾ ਕੁਛ ਠੀਕ ਹੋ ਜਾਊਗਾ, ਸਾਨੂੰ ਕੁਛ ਕਰਨ ਦੀ ਲੋੜ ਨਹੀਂ। ਜਾਂ ਤਾਂ ਸਾਡੇ ਕੋਲ ਇੱਕ ਆਪਸ਼ਨ ਇਹ ਹੈ ਕਿ ਅਸੀਂ ਮਿਸਟਰ ਕਲੀਨ ਦੀ ਵੇਟ ਕਰੀਏ, ਜਾਂ ਫਿਰ ਦੂਜੀ ਆਪਸ਼ਨ ਕੀ ਹੈ, ਔਰ ਇੱਥੇ ਦੇਖੋ ਔਰ ਪਾਇਆ, ਦੂਜੀ ਆਪਸ਼ਨ ਸਾਡੇ ਕੋਲ ਹੁੰਦੀ ਹੈ ਕਿ ਅਸੀਂ ਕੰਟਰੀ ਉਹ ਛੱਡ ਕੇ ਭੱਜੀਏ, ਕਿ ਇਸ ਦੇਸ਼ 'ਚ ਰਹਿਣਾ ਹੀ ਨਹੀਂ, ਵੀ ਸਾਨੂੰ ਕਦੇ ਜ਼ਰੂਰਤ, ਸਾਡੀ ਦੇਸ਼ ਨੂੰ ਕਦੇ ਜ਼ਰੂਰਤ ਪੈ ਜੇ ਤਾਂ ਅਸੀਂ ਜਾਂ ਤਾਂ ਆਪਣੇ ਘਰਾਂ ਦੇ ਵਿੱਚ ਲੁੱਕ ਕੇ ਬੈਠ ਜਾਾਂਗੇ, ਜਾਂ ਫਿਰ ਅਸੀਂ ਜਦੋਂ ਮੌਕਾ ਮਿਲੇ ਦੇਸ਼ 'ਚ ਹੀ ਭੱਜਾਂਗੇ, ਵੀ ਸਾਨੂੰ ਤਾਂ ਕੁਛ ਕਰਨਾ ਨਾ ਪਵੇ। ਸਟੂਡੈਂਟਸ, ਇਸ ਪੈਰੇ ਦੇ ਵਿੱਚ ਸਾਡੇ ਇੰਡੀਅਨ ਲੋਕਾਂ ਦੀ ਪ੍ਰਵਿਰਤੀ, ਕਿ ਕਿਸ ਤਰ੍ਹਾਂ ਉਹਨਾਂ ਦੀ ਦੋਹਰਾ ਕਰੈਕਟਰ ਹੈ, ਦੋਹਰਾ ਚਰਿੱਤਰ ਹੈ, ਉਹਦੀ ਸਾਨੂੰ ਜਾਣਕਾਰੀ ਮਿਲਦੀ ਹੈ। ਰਾਈਟਰ ਕਹਿੰਦਾ ਠੀਕ ਹੈ, ਹੁਣ ਅਸੀਂ ਆਪਣੇ ਦੇਸ਼ 'ਚ ਸਾਨੂੰ ਜ਼ਰੂਰਤ ਪਈ, ਸਾਡੀ ਜ਼ਰੂਰਤ ਪਈ, ਅਸੀਂ ਦੇਸ਼ 'ਚ ਰਹੇ ਨਹੀਂ, ਅਸੀਂ ਭੱਜ ਗਏ। ਕਿਵੇਂ? ਇੱਕ ਲੇਜ਼ੀ ਕੋਵਰਡਸ ਦੀ ਤਰ੍ਹਾਂ, ਕਮਜ਼ੋਰ ਦਿਲ ਇਨਸਾਨ ਜਿਹੜਾ ਕਿ ਕਾਇਰ ਹੈ, ਜਿਹਨੂੰ ਡਰ ਲੱਗਿਆ ਹੋਇਆ ਹੈ, ਹਾਉਂਟਡ ਬਾਈ ਆਰ ਫੀਅਰਸ, ਉਹ ਕਿੱਥੇ ਭੱਜ ਜਾਂਦੇ ਹਾਂ? ਅਸੀਂ ਅਮਰੀਕਾ ਚਲੇ ਜਾਂਦੇ ਹਾਂ, ਅਤੇ ਅਮਰੀਕਾ ਜਾ ਕੇ ਕੀ ਕਰਦੇ ਹਾਂ? ਉਹਨਾਂ ਦੀ ਜਿਹੜੀ ਸ਼ਾਨ ਹੈ ਉਹਦੇ ਮਜ਼ੇ ਲੈਂਦੇ ਆ, ਟੂ ਬਾਸਕਿਨ। ਬਾਸਕਿਨ ਬੱਚਿਓ ਇਹ ਫਰੇਜ਼ਲ ਵਰਬ ਹੁੰਦੀ ਹੈ, ਇਹਦਾ ਮਤਲਬ ਹੁੰਦਾ ਹੈ ਮਜ਼ੇ ਲੈਣਾ, ਇੰਜੋਏ ਕਰਨਾ, ਅਤੇ ਉੱਥੇ ਅਸੀਂ ਅਮਰੀਕਾ ਦੀ ਸ਼ਾਨ ਦੇ ਬੜੇ ਮਜ਼ੇ ਲੈਂਦੇ ਹਾਂ ਅਤੇ ਉਹਦੇ ਸਿਸਟਮ ਦੀ ਪ੍ਰੇਜ਼ ਕਰਦੇ ਹਾਂ ਕਿ ਵਾਹ ਜੀ ਦੇਖੋ ਤੁਹਾਡਾ ਤਾਂ ਸਿਸਟਮ ਹੀ ਬਹੁਤ ਵਧੀਆ ਹੈ, ਕੈਨੇਡਾ ਦਾ ਸਿਸਟਮ ਬਹੁਤ ਅੱਛਾ ਹੈ, USA ਦਾ ਸਿਸਟਮ, ਸਾਡੇ ਦੇਸ਼ 'ਚ ਤਾਂ ਕੋਈ ਸਿਸਟਮ ਹੀ ਨਹੀਂ ਹੈ। ਹੁਣ ਜਦੋਂ ਨਿਊਯਾਰਕ ਕਿਸੇ ਤਰੀਕੇ ਨਾਲ ਇਨਸਿਕਿਉਰ ਹੋ ਜਾਂਦਾ ਹੈ, ਉੱਥੇ ਮੰਨ ਲਓ ਕੋਈ ਦੰਗੇ ਭੜਕ ਗਏ, ਕੁਛ ਇਹੋ ਜਿਹਾ ਕੰਮ ਹੋ ਗਿਆ, ਤਾਂ ਫਿਰ ਅਸੀਂ ਇੰਗਲੈਂਡ ਭੱਜ ਲੈਂਦੇ ਹਾਂ। ਨਿਊਯਾਰਕ ਛੱਡਿਆ ਕਿਉਂ? ਸਾਡਾ ਮਤਲਬ ਪੂਰਾ ਹੋ ਗਿਆ, ਹੁਣ ਸਾਨੂੰ ਲੱਗਿਆ ਕਿ ਸਾਡਾ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ, ਅਸੀਂ ਇੰਗਲੈਂਡ ਭੱਜ ਗਏ। ਇੰਗਲੈਂਡ ਦੇ ਵਿੱਚ ਮੰਨ ਲਓ ਜਾ ਕੇ ਉੱਥੇ ਬੇਰੁਜ਼ਗਾਰੀ ਵੱਧ ਗਈ, ਅਨਇੰਪਲੋਇਮੈਂਟ ਵੱਧ ਗਈ, ਤਾਂ ਅਸੀਂ ਅਗਲੀ ਫਲਾਈਟ ਫੜਦੇ ਹਾਂ ਆਊਟ ਟੂ ਦਾ ਗਲਫ ਵਾਲੇ ਦੇਸ਼ਾਂ ਚਲੇ ਜਾਂਦੇ ਹਾਂ। ਗਲਫ ਖਾੜੀ ਦੇ ਦੇਸ਼ ਨੂੰ ਬੱਚਿਓ ਕਿਹਾ ਜਾਂਦਾ, ਜਿਹਦੇ ਵਿੱਚ ਯੂਨਾਈਟਿਡ ਅਰਬ ਆਫ ਅਮੀਰਾਤਸ, UAE, ਇਹ ਸਾਰੇ ਆ ਜਾਂਦੇ ਨੇ। ਖਾੜੀ ਦੀ ਜੰਗ ਲੱਗ ਜਾਂਦੀ ਹੈ ਉਹਨਾਂ ਦੇਸ਼ਾਂ ਜਿੱਥੇ ਕਿ ਅਸੀਂ ਆਏ ਹਾਂ, ਗਲਫ ਕੰਟਰੀਜ਼ 'ਚ, ਉੱਥੇ ਕੋਈ ਜੰਗ ਲੱਗ ਗਈ, ਫਿਰ ਸਾਨੂੰ ਆਪਣੇ ਦੇਸ਼ ਦੀ ਚੇਤੇ ਆਉਂਦੀ ਹੈ ਕਿ ਹਾਂ ਅਸੀਂ ਤਾਂ ਭਾਰਤੀ ਹਾਂ। ਫਿਰ ਅਸੀਂ ਕੀ ਕਰਦੇ ਹਾਂ? ਵੀ ਡਿਮਾਂਡ ਟੂ ਬੀ ਰੈਸਕਿਊਡ, ਫਿਰ ਅਸੀਂ ਭਾਰਤ ਸਰਕਾਰ ਨੂੰ ਕਦੇ ਟਵਿੱਟਰ 'ਤੇ, ਕਦੇ ਫੇਸਬੁੱਕ 'ਤੇ ਉੱਚੀ ਉੱਚੀ ਰੌਲਾ ਪਾ ਕੇ ਉਹਨਾਂ ਨੂੰ ਕਹਿੰਦੇ ਹਾਂ ਕਿ ਸਾਨੂੰ ਬਚਾਓ ਜੀ, ਸਾਨੂੰ ਆਪਣੇ ਘਰ ਲੈ ਕੇ ਜਾਓ, ਅਸੀਂ ਤਾਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਾਂ। ਦੇਖੋ ਸਾਡਾ ਕਿੱਡਾ ਹੀ ਦੋਗਲਾ ਕਰੈਕਟਰ ਹੈ ਕਿ ਜਦੋਂ ਸਾਨੂੰ ਸਾਡੇ ਦੇਸ਼ ਦੀ ਜ਼ਰੂਰਤ ਹੈ ਉਸ ਟਾਈਮ ਅਸੀਂ ਆਪਣੇ ਦੇਸ਼ 'ਚ ਨਹੀਂ, ਅਤੇ ਜਦੋਂ ਸਾਨੂੰ ਲੱਗ ਗਿਆ ਕਿ ਹੁਣ ਸਾਨੂੰ ਕੋਈ ਸਰਕਾਰ ਬਚਾ ਨਹੀਂ ਸਕਦੀ, ਸਾਡਾ ਤਾਂ ਆਪਣਾ ਦੇਸ਼ ਹੀ ਬਚਾ ਸਕਦਾ, ਫਿਰ ਸਾਨੂੰ ਆਪਣੇ ਦੇਸ਼ ਦੀ ਯਾਦ ਆਉਂਦੀ ਹੈ, ਅਦਰਵਾਈਜ਼ ਅਸੀਂ ਆਪਣੇ ਦੇਸ਼ ਨੂੰ ਆਪਣਾ ਦੇਸ਼ ਬਣਦੇ ਹੀ ਨਹੀਂ। ਤਾਂ ਹੁਣ ਰਾਈਟਰ ਇਹ ਕਹਿੰਦਾ ਹੈ ਕਿ ਐਵਰੀਬਡੀ ਇਜ਼ ਆਊਟ ਟੂ ਅਬਿਊਜ਼ ਐਂਡ ਰੇਪ ਦਾ ਕੰਟਰੀ। ਕਹਿੰਦੇ ਹਰ ਕੋਈ ਸਾਡੇ ਦੇਸ਼ ਨੂੰ ਅਬਿਊਜ਼ ਕਰਦਾ, ਉਸ ਦੀ ਦੁਰਵਰਤੋਂ ਕਰਦਾ ਐਂਡ ਰੇਪ ਕਰਦਾ, ਉਸ ਨੂੰ ਤਹਿਸ ਨਹਿਸ ਕਰਕੇ ਸਾਡੇ ਦੇਸ਼ ਨੂੰ ਛੱਡਿਆ ਹੋਇਆ ਹਰ ਬੰਦੇ ਨੇ। ਕੋਈ ਵੀ ਇਸ ਸਿਸਟਮ ਨੂੰ ਸਪੋਰਟ ਨਹੀਂ ਕਰਦਾ। ਫੀਡ ਦਾ ਮਤਲਬ ਬੱਚਿਓ ਸਪੋਰਟ ਕਰਨਾ, ਕਿ ਅਸੀਂ ਆਪਣੇ ਸਿਸਟਮ ਨੂੰ ਸਪੋਰਟ ਕਰੀਏ, ਅਸੀਂ ਆਪਣੇ ਸਿਸਟਮ ਦਾ ਅੰਗ ਬਣੀਏ, ਅਸੀਂ ਆਪਣੇ ਸਿਸਟਮ ਨੂੰ ਉਹਦੇ ਨਾਲ ਰਲ ਕੇ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੀਏ, ਇਹ ਕੋਈ ਵੀ ਨਹੀਂ ਸੋਚਦਾ। ਇਸ ਪੈਰੇ ਦੀ ਲਾਸਟ ਲਾਈਨ ਬੱਚਿਓ ਬਹੁਤ ਹੀ ਟਚਿੰਗ ਲਿਖੀ ਹੈ ਰਾਈਟਰ ਨੇ। ਉਹ ਕਹਿੰਦੇ ਆ ਆਵਰ ਕੌਨਸਾਇੰਸ ਇਜ਼ ਮੋਰਟਗੇਜ ਟੂ ਮਨੀ। ਕਹਿੰਦੇ ਜਿਹੜੀ ਸਾਡੀ ਅੰਤਰ-ਆਤਮਾ ਹੈ ਨਾ, ਜੋ ਸਾਡੀ ਆਤਮਾ ਹੈ, ਉਹ ਅਸੀਂ ਪੈਸੇ ਨਾਲ ਗਿਰਵੀ ਰੱਖੀ ਹੋਈ ਹੈ, ਪੈਸੇ ਦੇ ਅੱਗੇ ਗਿਰਵੀ ਰੱਖੀ ਹੋਈ ਹੈ ਸਾਨੇ, ਅਸੀਂ ਆਪਣੀ ਅੰਤਰ-ਆਤਮਾ। ਪੈਸਾ ਹੈਗਾ, ਅਸੀਂ ਬਾਹਰ ਭੱਜ ਗਏ, ਕਿਉਂਕਿ ਇੰਡੀਆ 'ਚ
ਸਿਸਟਮ ਨੂੰ ਬਦਲਣ ਦੀ ਗੱਲ ਆ ਗਈ, ਅਸੀਂ ਬਦਲਣਾ ਨਹੀਂ ਚਾਹੁੰਦੇ, ਅਸੀਂ ਬਾਹਰ ਭੱਜ ਗਏ, ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਏ। ਪੈਸਾ ਸੀ ਕਦੇ ਇੰਗਲੈਂਡ, ਕਦੇ ਅਮਰੀਕਾ, ਕਦੇ ਗਲਫ ਕੰਟਰੀਜ਼, ਪਰ ਜਦੋਂ ਸਾਡੇ ਤੇ ਭੀੜ ਬਣੀ, ਜਦੋਂ ਪੈਸਾ ਕੰਮ ਨਹੀਂ ਆਇਆ, ਜਦੋਂ ਸਾਡੀ ਜਾਨ ਆਫਤ 'ਚ ਆ ਗਈ, ਫਿਰ ਸਾਨੂੰ ਆਪਣੇ ਦੇਸ਼ ਦੀ ਯਾਦ ਆਈ, ਫਿਰ ਅਸੀਂ ਇੰਡੀਅਨ ਸਰਕਾਰ ਨੂੰ ਹਾੜੇ ਕੱਢ ਕੇ ਤਰਲੇ ਮਿੰਨਤਾਂ ਕਰਕੇ ਉਹ ਕਿਹਾ ਸਾਨੂੰ ਬਚਾ ਲਓ, ਤੇ ਸਾਡੀ ਸਰਕਾਰ ਨੇ ਸਾਨੂੰ ਬਚਾਇਆ। ਤਾਂ ਦੇਖੋ, ਅਸੀਂ ਸਿਰਫ ਪੈਸੇ ਦੇ ਪਿੱਛੇ ਹੀ ਸਾਰਾ ਕੁਝ ਕਰ ਰਹੇ ਹਾਂ। ਪੈਸੇ ਦੇ ਅੱਗੇ ਅਸੀਂ ਆਪਣੀ ਅੰਤਰਾਤਮਾ ਨੂੰ ਗਿਰਵੀ ਰੱਖਿਆ ਹੋਇਆ ਹੈ। ਸਾਡੇ ਦੇਸ਼ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ। ਐਸੇ ਦੇ ਕਨਕਲੂਡਿੰਗ ਪੈਰਾਗ੍ਰਾਫ ਦੇ ਵਿੱਚ ਰਾਈਟਰ ਕਹਿੰਦੇ ਪਿਆਰੇ ਭਾਰਤ ਵਾਸੀਓ, ਇਹ ਜਿਹੜਾ ਆਰਟੀਕਲ ਹੈ, ਜੋ ਐਸੇ ਹੈ, ਇਹ ਬਹੁਤ ਹੀ ਜ਼ਿਆਦਾ ਵਿਚਾਰਸ਼ੀਲ ਹੈ। ਮਤਲਬ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਜਾਣੀਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਕਹਿੰਦੇ ਇਹ ਸਾਨੂੰ ਪ੍ਰੇਰਿਤ ਕਰਦਾ ਹੈ, ਬਹੁਤ ਜ਼ਿਆਦਾ ਪ੍ਰੇਰਿਤ ਕਰਦਾ ਹੈ, ਗ੍ਰੇਟ ਡੀਲ। ਕਾਹਦੇ ਲਈ? ਇੰਟਰੋਸਪੈਕਸ਼ਨ ਦੇ ਲਈ। ਇੰਟਰੋਸਪੈਕਸ਼ਨ ਦਾ ਮਤਲਬ ਹੁੰਦਾ ਬੱਚਿਓ, ਅੰਦਰ ਅਸੀਂ ਆਪਣੇ ਝਾਤੀ ਮਾਰੀਏ, ਆਤਮ ਮੰਥਨ ਕਰੀਏ ਕਿ ਅਸੀਂ ਕਿੱਥੇ ਗਲਤ ਹੈ, ਅਤੇ ਸਾਡੀ ਇਹ ਜ਼ਮੀਰ ਨੂੰ, ਕੌਨਸਾਇੰਸ, ਸਾਡੀ ਅੰਤਰ-ਆਤਮਾ ਨੂੰ ਇਹ ਝੰਜੋੜਦਾ ਹੈ, ਪ੍ਰਿਕਸ, ਇਹ ਹਲੂਣੇ ਦਿੰਦਾ ਉਸ ਨੂੰ। ਇਹ ਪੂਰਾ ਜਿਹੜਾ ਐਸੇ ਹੈ, ਕਿਉਂਕਿ ਇਸ ਗੱਲਾਂ ਐਸੀਆਂ ਲਿਖੀਆਂ ਨੇ ਜੋ ਵਾਕਈ ਸਹੀ ਨੇ। ਤੇ ਐਂਡ ਦੇ ਵਿੱਚ ਅਬਦੁਲ ਕਲਾਮ ਆਜ਼ਾਦ ਜੀ ਕਹਿੰਦੇ ਮੈਂ JF ਕੈਨੇਡੀ ਦੇ ਕਹੇ ਹੋਏ ਵਰਡਸ, ਹਾਲਾਂਕਿ ਉਹਨੇ ਵਰਡਸ ਆਪਣੇ ਅਮਰੀਕਨਜ਼ ਨੂੰ ਕਹੇ ਸੀ, ਜੋ ਅਮਰੀਕਾ ਦੇਸ਼ ਦੇ ਵਾਸੀ ਆ ਉਹਨਾਂ ਨੂੰ ਕਹੇ ਸੀ, ਪਰ ਮੈਂ ਉਹਨਾਂ ਨੂੰ ਭਾਰਤੀ ਦੇਸ਼ ਦੇ ਵਾਸੀਆਂ ਦੇ ਲਈ ਰਿਲੇਟ ਕਰਕੇ ਕਹਿ ਰਹੇ ਹਾਂ। ਤਾਂ ਜਿਹੜੇ ਬੱਚੇ ਹੁਣ ਅੱਗੇ ਵਰਡਸ ਆ ਰਹੇ ਨੇ, ਬੇਸਿਕਲੀ ਇਹ ਵਰਡਸ JF ਕੈਨੇਡੀ ਨੇ ਕਹੇ ਸੀ USA ਲਈ, USA ਦੇ ਲੋਕਾਂ ਦੇ ਲਈ, ਪਰ ਇਸ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਅਬਦੁਲ ਕਲਾਮ ਜੀ ਨੇ ਸਾਡੇ ਲਈ ਇਹ ਵਰਡਸ ਕਹੇ ਨੇ। ਤਾਂ ਕੀ ਕਿਹਾ ਸੀ? ਤੁਹਾਨੂੰ ਪਤਾ ਬੱਚੋ, JF ਕੈਨੇਡੀ USA ਦੇ ਪ੍ਰੈਜ਼ੀਡੈਂਟ ਰਹੇ ਨੇ, ਤੇ ਅਬਦੁਲ ਕਲਾਮ ਜੀ ਵੀ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਰਹੇ ਨੇ। ਤਾਂ ਅਬਦੁਲ ਕਲਾਮ ਜੀ ਕਹਿੰਦੇ ਅਸੀਂ ਆਪਣੇ ਆਪ ਨੂੰ ਇਹ ਪੁੱਛੀਏ ਕਿ ਅਸੀਂ ਇੰਡੀਆ ਲਈ ਕੀ ਕਰ ਸਕਦੇ ਹਾਂ। ਆਸਕ ਵਟ ਵੀ ਕੈਨ ਡੂ ਫॉर ਇੰਡੀਆ। ਅਸੀਂ ਕੀ ਕਰ ਸਕਦੇ ਹਾਂ ਇੰਡੀਆ ਲਈ, ਸਾਨੂੰ ਪੁੱਛੀਏ ਅਸੀਂ, ਅਤੇ ਜੇ ਸਾਨੂੰ ਉਹਦਾ ਆਨਸਰ ਮਿਲ ਜੇ ਕਿ ਅਸੀਂ ਆਹ ਕਰ ਸਕਦੇ ਹਾਂ, ਫਿਰ ਸਾਨੂੰ ਉਹ ਕਰਨਾ ਚਾਹੀਦਾ ਹੈ। ਐਂਡ ਡੂ ਵਟ ਹੈਜ਼ ਟੂ ਬੀ ਡਨ। ਤੇ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ। ਕਿਉਂ? ਤਾਂ ਕਿ ਅਸੀਂ ਜੋ ਅੱਜ ਕੱਲ੍ਹ ਦੇ ਦੇਸ਼ ਹੈ, ਜਿਵੇਂ ਵੈਸਟਰਨ ਕੰਟਰੀਜ਼ ਨੇ, ਜਿਹਦੇ 'ਚ ਇੰਗਲੈਂਡ ਆ ਜਾਂਦਾ ਹੈ, ਫਰਾਂਸ ਆ ਜਾਂਦਾ ਹੈ, ਸਪੇਨ ਆ ਜਾਂਦਾ ਹੈ, ਅਤੇ ਅਮੈਰੀਕਾ ਆ ਜਾਂਦਾ ਹੈ, USA, ਤਾਂ ਅਸੀਂ ਉਹਦੇ ਵਰਗੇ ਬਣ ਸਕੀਏ, ਆਪਣੇ ਭਾਰਤ ਦੇਸ਼ ਨੂੰ ਉਹਨਾਂ ਵਰਗੇ ਬਣਾ ਸਕੀਏ। ਤਾਂ USA, ਇੰਗਲੈਂਡ ਵਰਗੇ ਦੇਸ਼ਾਂ ਦੇ ਤਰ੍ਹਾਂ ਭਾਰਤ ਦੇਸ਼ ਨੂੰ ਬਣਾਉਣ ਲਈ ਸਾਨੂੰ ਜੋ ਕੁਝ ਕਰਨਾ ਚਾਹੀਦਾ ਹੈ, ਉਹ ਸਾਨੂੰ ਕਰਨਾ ਚਾਹੀਦਾ ਹੈ। ਤੇ ਲਾਸਟ ਲਾਈਨ ਅਬਦੁਲ ਕਲਾਮ ਜੀ ਕਹਿੰਦੇ ਨੇ, ਲੈਟ ਅਸ ਡੂ ਵਟ ਇੰਡੀਆ ਨੀਡਸ ਫਰੋਮ ਅਸ। ਕਹਿੰਦੇ ਆਓ ਅਸੀਂ ਉਹ ਕੰਮ ਕਰੀਏ ਜੋ ਭਾਰਤ ਦੇਸ਼ ਸਾਡੇ ਤੋਂ ਚਾਹੁੰਦਾ ਹੈ, ਜੋ ਭਾਰਤ ਦੇਸ਼ ਚਾਹੁੰਦਾ ਹੈ ਕਿ ਅਸੀਂ ਇਹ ਕੰਮ ਕਰੀਏ, ਤਾਂ ਸਾਨੂੰ ਇਹ ਕੰਮ ਕਰਨੇ ਚਾਹੀਦੇ ਨੇ। ਡਾਕਟਰ APJ ਅਬਦੁਲ ਕਲਾਮ। ਉਮੀਦ ਹੈ ਬੱਚਿਓ ਤੁਹਾਨੂੰ ਇਹ ਸਾਰਾ ਚੈਪਟਰ ਬਹੁਤ ਹੀ ਵਧੀਆ ਲੱਗਿਆ ਹੋਵੇਗਾ। ਜੇ ਫਿਰ ਵੀ ਤੁਹਾਨੂੰ ਇਸ ਚੈਪਟਰ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਡਾਊਟ ਹੈ ਜਾਂ ਕੋਈ ਪ੍ਰੋਬਲਮ ਹੈ, ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਮੈਨੂੰ ਕੰਟੈਕਟ ਕਰ ਸਕਦੇ ਹੋ। ਤਾਂ ਇਸ ਚੈਪਟਰ ਦੇ ਵਿੱਚ ਜੋ ਵੀ ਤੁਹਾਡੇ ਲਈ ਬੱਚਿਓ ਵਰਡਸ ਨਵੇਂ ਆਏ ਨੇ, ਤੁਸੀਂ ਉਸ ਦੀ ਗਲੋਸਰੀ ਜ਼ਰੂਰ ਬਣਾਓ। ਕੁਛ ਸੈਂਟੈਂਸਿਸ ਜੋ ਡੇਲੀ ਲਾਈਫ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ, ਉਹਦੀ ਵੀ ਤੁਸੀਂ ਲਿਸਟ ਬਣਾਓ, ਆਪਣੀ ਕਾਪੀ 'ਤੇ ਨੋਟ ਕਰੋ, ਅਤੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜੋ। ਧੰਨਵਾਦ।